ਤੇ ਚਾਨਣ ਹੋਂਦਿਆ ਗੁਰ ਬਿਨ ਘੋਰ ਅੰਧਾਰ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ। ਤਾਏ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਸੀਸ ਵੱਢੇ ਕਰ ਬਹਿਸਣ ਦੀਜੈ ਬਿਨ ਸਿਰ ਸੇਵ ਕਰੀਜੈ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਪਾਵਨ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਮਰੱਥ ਤੇ ਪ੍ਰਤੱਖ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਖਸ਼ਿਸ਼ ਭਰੀ ਗੋਦ ਅੰਦਰ
ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ, ਬੜੇ ਅਦਬ ਨਾਲ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਨਮਾਨਯੋਗ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਸੁਭਾਗ ਸਮਾਂ ਪ੍ਰਾਪਤ ਹੋਇਆ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਿਲ ਹੋਈ ਪਾਵਨ ਬਾਣੀ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ, ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਔਰ ਆਪ ਸਰਬਤ ਸੰਗਤ ਦੇ ਸਹਿਯੋਗ ਨਾਲ ਪਰਸੋਂ ਤੋਂ ਬਾਣੀ ਦੀ ਮੁੜ ਪ੍ਰਾਰੰਭਤਾ ਲੜੀਵਾਰ ਕਥਾ ਦੀ ਹੋਈ ਹੈ। ਕੱਲ ਆਪਾਂ ਨੇ ਜਪਜੀ ਸਾਹਿਬ ਜੀ ਦੇ ਮੂਲ ਮੰਤਰ ਔਰ ਪਹਿਲੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਸਾਂਝੀ ਕੀਤੀ ਸੀ। ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਆਓ ਸੀਮਤ ਸਮੇਂ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਆਓ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ, ਲਗਵਾਓ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ ਜੇ ਲਾਹੇ ਰਹਾ ਲਿਵਤਾਰ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੋਂ ਬਾਣੀ ਦੀ ਪ੍ਰਾਰੰਭਤਾ ਕਰ ਰਹੇ ਨੇ। ਇੱਕ ਵਾਰ ਫਿਰ ਬੇਨਤੀ ਰਿਪੀਟ ਕਰਦੇ ਹਾਂ, ਸਭ ਤੋਂ ਪਹਿਲਾਂ ਮੂਲ ਮੰਤਰ ਆਇਆ ਹੈ, ਸੰਪੂਰਨ ਮੂਲ ਮੰਤਰ ਜਿਹਨੂੰ ਆਪਾਂ ਕਹਿੰਦੇ ਹਾਂ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਜਦੋਂ ਆਪਾਂ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਕਹਿੰਦੇ ਹਾਂ, ਕਈ ਸਰੂਪ ਐਸੇ ਨੇ ਜਿਹੜੇ ਛੋਟੇ ਨੇ, ਗੁਰਪ੍ਰਸਾਦ ਸਾਰਿਆਂ ਚ ਆਉਂਦਾ। ਇਹਦਾ ਕਹਿਣ ਤੋਂ ਭਾਵ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੰਪੂਰਨ ਮੂਲ ਮੰਤਰ ਹੈ। ਫਿਰ ਮਹਾਰਾਜ ਨੇ ਬਾਣੀ ਦਾ ਨਾਮ ਔਰ ਇੱਕ ਸ਼ਲੋਕ ਬਖਸ਼ਿਸ਼ ਕੀਤਾ ਹੈ। ਇੱਥੋਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਪ੍ਰਾਰੰਭ ਹੁੰਦੀ ਹੈ। 38 ਪੌੜੀਆਂ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਦੀਆਂ। ਔਰ ਯਾਦ ਰੱਖਿਓ, ਗੁਰੂ ਸਾਹਿਬ ਜੀ ਦੀ ਇਹ ਬਾਣੀ ਸਭ ਤੋਂ ਵੱਧ ਟੀਕੇ ਨੇ, ਦੇ 450 ਤੋਂ ਉੱਪਰ ਟੀਕੇ ਦੇ ਮਿਲਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਟੀਕੇ ਵੱਖਰੇ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਟੀਕੇ ਇਤਨੀ ਵੱਡੀ ਗਿਣਤੀ 'ਚ ਨਹੀਂ ਹੈ, 8-10 ਜ਼ੋਰ ਮਾਰ ਕੇ ਟੀਕੇ ਨੇ ਸਾਰੇ। ਪ੍ਰੋਫੈਸਰ, ਮੈਂ ਕੱਲ ਵੀ ਨਾਮ ਲਿਆ ਸੀ, ਪ੍ਰੋਫੈਸਰ ਸਾਹਿਬ ਸਿੰਘ ਗਿਆਨੀ ਹਰਬੰਸ ਸਿੰਘ ਫਰੀਦਕੋਟੀਆ ਟੀਕਾ ਹੈਗਾ, ਸੰਪਰਦਾਇ ਟੀਕੇ ਹੈਗੇ ਨੇ, ਸੱਤੋ ਵਾਲੀ ਗਲੀ ਵਾਲੇ ਟੀਕੇ ਹੈਗੇ ਨੇ, ਸਰਦਾਰ ਮਨਮੋਹਨ ਸਿੰਘ ਜੀ ਦਾ ਟੀਕਾ ਹੈਗਾ ਈਵਨ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨ ਟੀਕੇ ਗਿਣਵੇਂ ਨੇ। ਔਰ ਜਿਹੜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਟੀਕੇ ਨੇ, ਇਹ ਬਹੁਤ ਸਾਰੇ ਅਨਮਤਾਂ ਵਾਲਿਆਂ ਨੇ ਵੀ ਕੀਤੇ ਨੇ। ਮਤਲਬ ਜਿਹੜੇ ਇਉਂ ਕਹਿ ਲਓ ਵੀ ਇਕੱਲੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਟੀਕੇ, ਜਿਵੇਂ ਵਿਨੋਬਾ ਭਾਈ ਨੇ ਕੀਤਾ, ਕਈ ਹੋਰ ਇਸ ਤਰ੍ਹਾਂ ਦੇ, ਓਸ਼ੋ ਨੇ ਵੀ ਕੀਤਾ ਟੀਕਾ। ਇਹ ਜਪਜੀ ਸਾਹਿਬ ਜੀ ਦੀ ਬਾਣੀ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੀਕੇ ਨੇ ਉਹ ਪ੍ਰਾਪਤ ਹੁੰਦੇ ਨੇ। ਇੱਕ ਬੇਨਤੀ ਹੋਰ ਕਰਾਂ ਵੀ ਦੇਖੋ, ਤੁਸੀਂ ਸਾਰੇ ਬਾਣੀ ਨੂੰ ਸਤਿਕਾਰ ਦੇਣ ਵਾਲੇ ਹੋ, ਬਾਣੀ ਨੂੰ ਪਿਆਰ ਕਰਨ ਵਾਲੇ ਹੋ, ਆਪਾਂ ਬਾਣੀ ਨੂੰ ਗੁਰੂ ਮੰਨ ਕੇ ਚੱਲਦੇ ਹਾਂ। ਬਹੁਤ ਵਾਰ ਐਸਾ ਹੁੰਦਾ ਵੀ ਕਈ ਵਾਰੀ ਅਸੀਂ ਜਿਹੜਾ ਉਚਾਰਨ ਹੈ ਉਸ ਵੱਲ ਧਿਆਨ ਨਹੀਂ ਦਿੰਦੇ। ਮੈਨੂੰ ਖੁਸ਼ੀ ਹੁੰਦੀ ਹੈ, ਅੱਜ ਇਸ ਦਿਨ ਆਪਣੇ ਭੋਗ ਪਏ ਸੀ, ਕੁਝ ਇਸ ਤਰ੍ਹਾਂ ਦੇ ਵੀ ਗੁਰਮੁਖ ਆਏ ਸਨ।
ਦੂਰੋਂ ਦੂਸਰੇ ਜਿਹੜਾ ਸੀ ਜ਼ਿਲ੍ਹੇ ਚੋਂ ਆਏ ਸਨ, ਜਿਨ੍ਹਾਂ ਨੇ ਆ ਕੇ ਦੱਸਿਆ ਵੀ ਅਸੀਂ ਲਾਹੇ ਪ੍ਰਾਪਤ ਕੀਤੇ ਨੇ। ਵਿਚਕਾਰ ਦੀ ਵੀ ਕਈ ਵਾਰੀ ਸੰਪਰਕ ਸੀ ਵੀ ਅਸੀਂ ਨਾ ਕਥਾ ਤੇ ਸੁਣਦੇ ਹੀ ਹਾਂ, ਕਥਾ ਤੇ ਚਲੋ ਸੁਣਦੇ ਹਾਂ, ਅਸੀਂ ਨਾਲ ਦੀ ਨਾਲ ਆਪਣੀ ਸੰਥਿਆ ਵੀ ਕਰ ਰਹੇ ਹਾਂ ਘਰ ਬੈਠੇ। ਜਿਹੜੇ ਸ਼ਬਦ ਨੂੰ ਕਿੱਦਾਂ ਉਚਾਰਨਾ, ਕਿੱਥੇ ਰੁਕਣਾ, ਕਿੱਥੇ ਹਲੰਤ ਦੇਣਾ, ਕਿੱਥੇ ਜੋੜ ਦੇਣਾ, ਕਿੱਥੇ ਪੋਲਾ ਪੜ੍ਹਨਾ, ਇਹ ਵੀ ਤੁਸੀਂ ਐਨ ਜਿਹੜਾ ਨਾਲੋਂ ਨਾਲ ਥੋੜਾ ਦੱਸਿਆ ਵੀ ਕਰੋ। ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਬਾਣੀ ਦਾ ਸ਼ੁੱਧ ਪਾਠ ਕੀ ਹੈ, ਉਚਾਰਨ ਕੀ ਹੈ, ਸ਼ਬਦ ਦਾ ਅਸਲੀ ਰੂਟ ਕੀ ਹੈ, ਉਸ ਪਾਸੇ ਵੀ ਆਪਾਂ ਥੋੜਾ ਜਿਹਾ ਬਚਨਾਂ ਦੀ ਸਾਂਝ ਪਾਉਂਦੇ ਹਾਂ। ਫਿਰ ਇੱਕ ਵਾਰ ਬੇਨਤੀ ਕਰਾਂਗਾ, ਜਿਨ੍ਹਾਂ ਨੇ ਪਹਿਲਾਂ ਜਾਂ ਸਮਾਂ ਨਹੀਂ ਸੀ ਜਾਂ ਕੋਈ ਵਕਤ ਨਹੀਂ ਮਿਲਿਆ ਜਾਂ ਚਲੋ ਕੋਈ ਹੋਰ ਕਿਸੇ ਕਾਰਨ ਉਹਨਾਂ ਧਿਆਨ ਨਹੀਂ ਦੇ ਸਕੇ, ਔਰ ਹੁਣ ਆਪਾਂ ਜਿਹੜਾ ਸ਼ੁਰੂਆਤ ਹੋਈ ਹੈ, ਜਿਵੇਂ ਉਹ ਭਾਈ ਨੰਦ ਲਾਲ ਜੀ ਕਹਿੰਦੇ ਨੇ, ਆਗਾ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਚਲੋ ਪਿਛਲਾ ਰਹਿ ਗਿਆ, ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨ। ਹੁਣ ਜਿਹੜੀ ਸ਼ੁਰੂਆਤ ਹੈ, ਸ਼ੁਰੂਆਤ ਤੋਂ ਹੀ ਅਸੀਂ ਧਿਆਨ ਦਈਏ। ਜਪਜੀ ਸਾਹਿਬ ਦੀ ਬਾਣੀ ਹੈ, ਬਹੁਤ ਸਾਰੇ ਜਿਹੜੇ ਨੇ ਇਹ ਬਾਣੀ ਪੜ੍ਹਦੇ ਹੀ ਸੈਂਕੜੇ ਗਲਤੀਆਂ ਕਰ ਜਾਂਦੇ ਨੇ, ਉਚਾਰਨ ਦੀਆਂ ਕਹਿ ਰਹੇ ਹਾਂ, ਹਜ਼ਾਰਾਂ ਗਲਤੀਆਂ ਜਪਜੀ ਸਾਹਿਬ ਦੀਆਂ ਹੁੰਦੀਆਂ ਨੇ। ਔਰ ਤੁਸੀਂ ਹੈਰਾਨ ਹੋਵੋਗੇ ਮੂਲ ਮੰਤਰ ਦੀਆਂ ਉਚਾਰਨ ਦੀਆਂ ਗਲਤੀਆਂ ਹੀ ਆਮ ਹੋ ਜਾਂਦੀਆਂ ਨੇ। ਇੱਕ ਓੰਕਾਰ ਨਹੀਂ ਕਈ ਵਾਰੀ ਸ਼ੁੱਧ ਪੜਿਆ ਜਾਂਦਾ। ਇਸ ਕਰਕੇ ਇਥੋਂ ਆਪਾਂ ਥੋੜਾ ਜਿਹਾ ਇਸ ਪਾਸੇ ਵੀ ਮਹਾਰਾਜ ਕਿਰਪਾ ਕਰਨ ਧਿਆਨ ਦੇਣਾ ਹੈਗਾ ਵੀ ਇਹ ਸ਼ਬਦ ਦਾ ਉਚਾਰਨ ਕੀ ਹੈਗਾ। ਇਸ ਕਰਕੇ ਜਿਹੜਾ ਰੁਕਣਾ ਕਿੱਥੇ ਹੈ, ਵਿਸ਼ਰਾਮ ਕਿੱਥੇ ਦੇਣੇ ਨੇ, ਕਿਉਂਕਿ ਸਹੀ ਵਿਸ਼ਰਾਮ ਸਹੀ ਜਗ੍ਹਾ ਤੇ ਲਾ ਦਈਏ ਤੇ ਉਹ ਬਾਣੀ ਦੇ ਅੱਧੇ ਅਰਥ ਆਪਣੇ ਆਪ ਹੀ ਕਲੀਅਰ ਹੋ ਜਾਂਦੇ ਨੇ। ਵਿਸ਼ਰਾਮ ਜਿਹੜੇ ਚਿੰਨ੍ਹ ਨੇ, ਜੇ ਉਹਨਾਂ ਨੂੰ ਧਿਆਨ ਵਿੱਚ ਰੱਖੀਏ, ਬਾਣੀ ਦੇ ਅੱਧੇ ਅਰਥ ਆਪਣੇ ਆਪ ਸਮਝ ਵਿੱਚ ਆ ਜਾਂਦੇ ਨੇ। ਸੋ ਇਸ ਕਰਕੇ ਮਹਾਰਾਜ ਜਿਹੜੀ ਕਿਰਪਾ ਕਰ ਰਹੇ ਨੇ। ਹਾਂ, ਵੱਡੀ ਗੱਲ ਇਹ ਹੈ ਵੀ ਸਿਧਾਂਤਕ ਨੁਕਤਾ ਕੀ ਹੈ। ਦੇਖੋ, ਜਦੋਂ ਬਾਣੀ ਪੜ੍ਹਦੇ ਆ, ਇੱਕ ਹੈ ਬਾਣੀ ਦਾ ਸ਼ੁੱਧ ਉਚਾਰਨ, ਜਿਹਨੂੰ ਆਪਾਂ ਸੰਥਿਆ ਕਹਿੰਦੇ ਆ, ਉਹ ਵੀ ਬੜੀ ਜ਼ਰੂਰੀ ਹੈ। ਸ਼ੁੱਧ ਉਚਾਰਨ ਨਹੀਂ ਹੋਏਗਾ, ਫਿਰ ਉਹਦੇ ਵਿਸ਼ਰਾਮ ਚਿੰਨ੍ਹ ਕਿੱਥੇ ਲਾਉਣੇ ਨੇ, ਇਹ ਸਾਰਾ ਕੁਝ। ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਹੈ, ਉਹ ਬਾਣੀ ਦਾ ਸਿਧਾਂਤਕ ਪੱਖ ਹੈ ਵੀ ਬਾਣੀ ਦਾ ਸਿਧਾਂਤ ਕੀ ਕਹਿੰਦਾ। ਕਈ ਵਾਰੀ ਅਸੀਂ ਉਚਾਰਨ ਸ਼ੁੱਧ ਕਰ ਲੈਂਦੇ ਆ, ਅਰਥ ਕਰਨ ਵੇਲੇ ਅਨਰਥ ਕਰ ਜਾਂਦੇ ਆ। ਉਹਨਾਂ ਦੇ ਅਰਥ ਕਰਨ ਵੇਲੇ ਗੁਰਮਤਿ ਦੇ ਉਲਟ, ਸਿਧਾਂਤ ਦੇ ਉਲਟ, ਗੁਰੂ ਸਾਹਿਬ ਦੇ ਫਲਸਫੇ ਦੇ ਵਿਪਰੀਤ ਹੋ ਜਾਂਦੇ ਨੇ। ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ। ਸ਼ੁੱਧ ਉਚਾਰਨ ਕਰਨਾ ਤੇ ਫਿਰ ਉਹਦੇ ਅਰਥ ਗੁਰਮਤਿ ਦੇ ਅਨੁਸਾਰ, ਗੁਰਮਤਿ ਫਲਸਫੇ ਦੇ ਅਨੁਸਾਰ, ਤੇ ਫਿਰ ਜਿਹੜਾ ਅਸੀਂ ਜਾ ਕੇ ਬਾਣੀ ਦੀ ਜਦੋਂ ਆਪਾਂ ਵਿਚਾਰ ਕਰਾਂਗੇ, ਫਿਰ ਇੱਕ ਆਪਣੇ ਤਰ੍ਹਾਂ ਦਾ ਹੀ ਆਨੰਦ ਪ੍ਰਾਪਤ ਹੋਵੇਗਾ, ਗਿਆਨ ਵੀ ਪ੍ਰਾਪਤ ਹੋਵੇਗਾ, ਸਕੂਨ ਵੀ ਪ੍ਰਾਪਤ ਹੋਵੇਗਾ। ਮਹਾਰਾਜ ਕਿਰਪਾ ਕਰਨ। ਕਹਿਣ ਲੱਗੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਗੁਰੂ ਸਾਹਿਬ ਜੀ ਨੇ ਸ਼ੁਰੂਆਤ ਜਿੱਥੋਂ ਕੀਤੀ ਹੈ, ਕੱਲ ਵੀ ਅਰਜ਼ ਕੀਤੀ ਸੀ ਵੀ ਪਹਿਲਾਂ ਅਕਾਲ ਪੁਰਖ ਨੂੰ ਆਰਾਧਿਆ, ਫਿਰ ਮੰਗਲਾਚਰਨ ਆਇਆ ਸ਼ਲੋਕ ਰੂਪ ਦੇ ਵਿੱਚ, ਫਿਰ ਸਤਿਗੁਰੂ ਜੀ ਨੇ ਆਪਣੀ ਗੱਲ ਸਮਝਾਉਣ ਤੋਂ ਪਹਿਲਾਂ, ਰੱਖਣ ਤੋਂ ਪਹਿਲਾਂ, ਪਰਮਾਤਮਾ ਦੀ ਸਿਫਤ ਹੋਰ ਚੀਜ਼ ਹੈ, ਪਰਮਾਤਮਾ ਦਾ ਆਰਾਧਨਾ ਹੋਰ ਚੀਜ਼ ਹੈ, ਪਰ ਗੁਰੂ ਸਾਹਿਬ ਨੇ ਜਿਹੜੀ ਗੁਰਮਤਿ ਹੈ ਜਾਂ ਆਪਣੀ ਵਿਚਾਰ ਹੈ, ਜੋ ਆਪਣਾ ਉਪਦੇਸ਼ ਹੈ, ਜੋ ਉਹਨਾਂ ਦੀ ਸਿੱਖਿਆ ਹੈ, ਉਹ ਚੀਜ਼ ਆਪਾਂ ਸਮਝਣੀ ਹੈ। ਉਹ ਗੁਰੂ ਸਾਹਿਬ ਦੇਣ ਤੋਂ ਪਹਿਲਾਂ ਬਿਲਕੁਲ ਜੋ ਸਾਡੀਆਂ ਪਹਿਲੀਆਂ ਮਾਨਤਾਵਾਂ ਨੇ, ਪੱਕੀਆਂ ਪਈਆਂ ਨੇ ਸਾਡੀਆਂ ਆਦਤਾਂ, ਸਾਡੇ ਸੁਭਾਅ ਬਣੇ ਪਏ ਨੇ, ਆਦਤਾਂ ਵਿਗੜੀਆਂ ਪਈਆਂ ਨੇ। ਮਹਾਰਾਜ ਪਹਿਲਾਂ ਕਹਿੰਦੇ ਸਾਰੀਆਂ ਉਹ ਛੱਡੋ, ਫਿਰ ਨਵੇਂ ਸਿਰਿਓਂ ਸ਼ੁਰੂ ਕਰੋ ਕੰਮ। ਕਿਉਂਕਿ ਜੇ ਪਿਛਲੀਆਂ ਵੀ ਆਪਾਂ ਗੱਲਾਂ ਛੱਡੀਏ ਨਾ ਤੇ ਆਪਾਂ ਨਵੇਂ ਸਿਰਿਓਂ ਵੀ, ਫਿਰ ਉਹ ਰਲ ਗੱਡ ਜਿਹਾ ਹੋ ਜਾਂਦਾ ਕੰਮ। ਫਿਰ ਜੈਸਾ ਅੱਧਾ ਕੁ ਵਿੱਚ ਪੁਰਾਣਾ ਸੁਣਿਆ ਹੋਇਆ ਆਈ ਜਾਂਦਾ, ਇੱਧਰੋਂ ਉੱਧਰੋਂ ਵਾਲਾ, ਤੇ ਕੁਝ ਕੁ ਨਵਾਂ, ਤੇ ਇਉਂ ਕਹਿ ਲਓ ਵੀ ਤੱਤ ਕੀ ਹੈ ਜਾਂ ਸਮਝਣ ਵਾਲੀ ਚੀਜ਼ ਪਿੱਛਾ ਰਹਿ ਜਾਂਦੀ ਹੈ। ਇੱਥੇ ਮਹਾਰਾਜ ਨੇ ਪਹਿਲੇ ਨੰਬਰ ਤੇ ਜਿਹੜੀ ਗੱਲ ਕੀਤੀ ਹੈ, ਕਹਿੰਦੇ ਸੋਚੈ ਸੋਚ ਨਾ ਹੋਵਈ। ਜਿਹੜੀ ਸਰੀਰਕ ਸੁਚਮ ਹੈ, ਬਹੁਤ ਜ਼ੋਰ ਦਿੱਤਾ ਸੰਸਾਰ ਨੇ ਇਸ ਪਾਸੇ, ਔਰ ਇਸ ਪਾਸੇ ਇਤਨਾ ਜ਼ੋਰ ਦਿੱਤਾ ਗਿਆ ਵੀ ਸਰੀਰ ਨੂੰ ਸੁੱਚਾ ਕਰਨਾ ਹੈਗਾ, ਸਰੀਰ ਨੂੰ ਐਨ ਪਵਿੱਤਰ ਕਰਨਾ ਹੈਗਾ। ਕਿੰਨਾ ਕੁਝ ਹੋ ਰਿਹਾ ਇੱਥੇ, ਤੀਰਥਾਂ ਤੇ ਇਸ਼ਨਾਨ ਹੋ ਰਹੇ ਨੇ ਵੀ ਫਲਾਣੇ ਤੀਰਥ ਤੇ ਜਾ ਕੇ ਬੰਦਾ ਐਨ ਸੁੱਚਾ ਹੋ ਜਾਂਦਾ ਜੀ, ਪਵਿੱਤਰ ਹੋ ਜਾਂਦਾ। ਕਿੰਨੇ ਸਰੋਵਰ ਨੇ, ਕਿੰਨੀਆਂ ਨਦੀਆਂ ਨੇ, ਕਿੰਨਾ ਹੀ ਕੁਝ ਕੀਤਾ ਜਾ ਰਿਹਾ ਹੈਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਏਦਾਂ ਕਦੇ ਬੰਦਾ ਪਵਿੱਤਰ ਨਹੀਂ ਹੁੰਦਾ। ਪਹਿਲੀ ਗੱਲ ਆ ਸਮਝਣ ਵਾਲੀ ਹੈ। ਪਹਿਲੀ ਗੱਲ ਇਹ ਮਹਾਰਾਜ ਨੇ ਕੱਟ ਕਰਤੀ, ਕਹਿੰਦੇ ਮੱਤਾ ਸੋਚਿਓ ਕੋਈ ਸਰੀਰਕ ਤੌਰ ਤੇ ਤੁਸੀਂ ਪਵਿੱਤਰ ਹੋ ਜਾਓਗੇ ਜਾਂ ਮਾਨਸਿਕ ਤੌਰ ਤੇ ਤੁਸੀਂ ਪਵਿੱਤਰ ਹੋ ਜਾਓਗੇ ਕਿਤੇ ਇਸ਼ਨਾਨ ਕਰਨ ਦੇ ਨਾਲ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਸੁਚਮ ਕਰਨ ਦੇ ਨਾਲ ਵੀ ਬੰਦਾ ਸੁੱਚਾ ਨਹੀਂ ਹੁੰਦਾ।
ਸਾਫ਼ ਹੋਣਾ ਹੋਰ ਚੀਜ਼ ਹੈ, ਸਫਾਈ ਹੋ ਜਾਂਦੀ ਹੈ। ਸੁੱਚੇ ਆਪਾਂ ਜਿਹੜਾ ਇਉਂ ਕਹਿ ਲਓ ਵੀ ਐਨ ਸਾਫ਼ ਸੁਥਰੇ ਹੋ ਜਾਂਦੇ ਆ। ਰੋਜ਼ ਰੋਜ਼ ਇਸ਼ਨਾਨ ਕਰਨਾ ਪੈਂਦਾ ਹੈ, ਰੋਜ਼ ਰੋਜ਼ ਆਪਾਂ ਸਾਫ਼ ਹੁੰਦੇ ਆ ਫਿਰ ਗੰਦੇ ਹੋ ਜਾ। ਆਪਾਂ ਨੂੰ ਹੱਥ ਕਿੰਨੀ ਵਾਰ ਧੋਣੇ ਪੈਂਦੇ ਨੇ ਘਰੋਂ ਚੱਲਦਿਆਂ ਨੂੰ, ਮੈਨੂੰ ਲੱਗਦਾ ਰਸਤੇ ਦੇ ਵਿੱਚ ਆਪਾਂ ਕਿੰਨੀ ਵਾਰ ਜੇ ਕਿਤੇ ਖੜ ਜਾਈਏ ਫਿਰ ਹੱਥ ਧੋਣੇ ਪੈਂਦੇ ਨੇ, ਇੱਥੇ ਬਾਹਰ ਹੱਥ ਧੋਣੇ ਪੈਂਦੇ ਨੇ। ਕਿਉਂ? ਜੇ ਇੱਕ ਵਾਰੀ ਪਾਣੀ ਦੇ ਨਾਲ ਹੱਥ ਧੋਣ ਨਾਲ ਸੁੱਚੇ ਹੁੰਦੇ, ਪਵਿੱਤਰ ਹੋਏ ਹੁੰਦੇ, ਸ਼ਾਇਦ ਬਾਰ-ਬਾਰ ਨਾ ਧੋਣੇ ਪੈਂਦੇ। ਇਹ ਬਾਰ-ਬਾਰ ਗੰਦੇ ਹੁੰਦੇ ਨੇ, ਬਾਰ-ਬਾਰ ਮੈਲੇ ਹੁੰਦੇ ਨੇ, ਬਾਰ-ਬਾਰ ਧੋਣੇ ਪੈਂਦੇ ਨੇ। ਸਰੀਰ ਦੀ ਵੀ ਇਹੀ ਹਾਲਤ ਹੈਗੀ ਹੈ, ਕਿਉਂਕਿ ਸਰੀਰ ਦੇ ਵਿੱਚ ਗੰਦਗੀ ਹੈ। ਅੱਖਾਂ, ਕੰਨਾਂ, ਮੂੰਹ, ਨੱਕ, ਇੰਦਰੀਆਂ ਦੇ ਰਾਹੀਂ ਇਹ ਸਾਰਾ ਕੁਝ ਨਿਕਲੀ ਜਾ ਰਿਹਾ ਹੈ। ਮਹਾਰਾਜ ਨੇ ਜਿਹੜਾ ਪਹਿਲਾ ਵਚਨ ਕੀਤਾ, ਇਹ ਕਿਉਂ ਕੀਤਾ? ਮਹਾਰਾਜ ਨੇ ਵੇਖਿਆ ਸੀ ਵੀ ਦੁਨੀਆ ਵੱਡੀ ਪੱਧਰ ਤੇ ਨਾ ਇਹ ਮੰਨੀ ਬੈਠੀ ਹੈ, ਇਹ ਭਰਮ ਪਾਲੀ ਬੈਠੀ ਹੈ, ਭੁਲੇਖੇ ਆਪਣੇ ਅੰਦਰ ਖੜੇ ਕਰੀ ਬੈਠੀ ਹੈ ਵੀ ਕੋਈ ਗੱਲ ਨਹੀਂ, ਜੇ ਅਸੀਂ ਠੱਗੀਆਂ ਮਾਰੀਆਂ ਨੇ, ਜੇ ਚੋਰੀਆਂ ਕੀਤੀਆਂ ਨੇ, ਜੋ ਕੁਝ ਵੀ ਅਸੀਂ ਕੀਤਾ ਹੈ, ਇਹ ਤਾਂ ਅਸੀਂ ਫਲਾਣੀ ਪੂਰਨਮਾਸ਼ੀ ਨੂੰ ਫਲਾਣੀ ਥਾਂ ਤੇ ਇਸ਼ਨਾਨ ਕਰੇ ਆਉਣਾ ਤੇ ਸੁੱਚੇ ਹੋ ਜਾਾਂਗੇ। ਅਸੀਂ ਤੇ ਫਲਾਣੀ ਮੱਸਿਆ ਨੂੰ ਫਲਾਣੀ ਥਾਂ ਤੇ ਇਸ਼ਨਾਨ ਕਰੇ ਆਉਣਾ ਜਾਂ ਫਲਾਣੇ ਤੀਰਥ ਤੇ ਜਾ ਆਵਾਂਗੇ ਤੇ ਉੱਥੇ ਸੁੱਚੇ ਹੋ ਜਾਾਂਗੇ। ਇਹ ਸਾਡੇ ਅੰਦਰ ਹਮੇਸ਼ਾ ਹੀ ਰਹੀ ਹੈ ਗੱਲ, ਐਸਾ ਹੁੰਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਗੱਲ ਇਹ ਕਹਿ ਰਹੇ ਨੇ, ਕਹਿੰਦੇ ਇਹ ਚੀਜ਼ ਜਿਹੜੀ ਹੈ ਨਾ ਲੱਖਾਂ ਵਾਰ, ਦੇਖੋ ਲੱਖਾਂ ਵਾਰ ਸ਼ਬਦ ਵਰਤਿਆ। ਇਹਦੇ ਕੁਝ ਵਿਦਵਾਨਾਂ ਨੇ ਅਰਥ ਸੋਚ ਤੋਂ ਵੀ ਕੀਤੇ ਨੇ, ਵੀ ਸੋਚਣ ਦੇ ਨਾਲ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ, ਪਰ ਬਹੁਤਾਤ ਵਿਦਵਾਨ ਇਹਦੇ ਜਿਹੜੇ ਅਰਥ ਕਰਦੇ ਨੇ। ਬਾਣੀ ਚ ਹੋਰ ਦੇਖੋ, ਗੁਰੂ ਸਾਹਿਬ ਇੱਕ ਥਾਂ ਤੇ ਕਹਿੰਦੇ, ਕਹਿੰਦੇ ਹਿਰਦੈ ਕਪਟ ਮੁਖ ਗਿਆਨੀ। ਕਹਿੰਦੇ ਆਮ ਬੰਦਿਆਂ ਦੀ ਗੱਲ ਛੱਡੋ, ਮੈਂ ਤਾਂ ਬੜੇ ਬੜੇ ਗਿਆਨੀ ਅਖਵਾਉਂਦੇ ਵੇਖੇ ਨੇ। ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਸੀ, ਗਿਆਨੀ ਮੰਨੀ ਬੈਠੇ ਸੀ, ਦੁਨੀਆ ਉਹਨਾਂ ਨੂੰ ਗਿਆਨੀ ਜੀ ਆਖਦੀ ਸੀ। ਹਿਰਦੇ 'ਚ ਕਪਟ ਸੀਗਾ ਉਹਨਾਂ ਦੇ, ਮੂੰਹ ਤੋਂ ਗਿਆਨ ਦੀਆਂ ਗੱਲਾਂ। ਡਰ ਲੱਗਦਾ ਕਈ ਵਾਰੀ ਜਦੋਂ ਇਦਾਂ ਦੇ ਸ਼ਬਦ ਆਉਂਦੇ ਨੇ, ਇਹ ਕਿਉਂਕਿ ਮਹਾਰਾਜ ਨੇ ਲਿਹਾਜ਼ ਕਿਸੇ ਨਾਲ ਨਹੀਂ ਕੀਤਾ। ਔਰ ਸੱਚ ਇਹੀ ਹੈ, ਕਹਿੰਦੇ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾ ਬਿਲੋ ਵਸਪਾਨੀ। ਮਹਾਰਾਜ ਕਹਿੰਦੇ ਓਏ ਝੂਠਿਆ, ਕਿਉਂ ਪਾਣੀ ਨੂੰ ਪਾਣੀ ਦੇ ਨਾਲ ਆਪਣੇ ਆਪ ਨੂੰ ਧੋ ਕੇ ਕੁਝ ਹੋਰੇ ਮੰਨੀ ਜਾਂਦਾ। ਝੂਠੇ ਕਹਾਂ ਬਿਲੋ ਵਸਪਾਨੀ, ਕਹਿਣ ਲੱਗੇ ਪਾਣੀ ਨਾਲ ਨਹੀਂ ਪਵਿੱਤਰਤਾ ਹੋਣੀ ਜੇ ਹਿਰਦੇ ਚੋਂ ਕਪਟ ਨਹੀਂ ਗਿਆ, ਹਿਰਦੇ ਚੋਂ ਵਿਕਾਰ ਨਹੀਂ ਗਏ, ਹਿਰਦੇ ਚੋਂ ਮੈਲ ਨਹੀਂ ਗਈ। ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਕਾਇਆ ਮਾਂਜਸ ਕੌਣ ਗੁਨਾਹ। ਕਾਇਆ ਦਾ ਮਤਲਬ ਹੈ ਸਰੀਰ, ਮਾਂਜਸ ਦਾ ਅਰਥ ਹੈ ਮਾਂਜਣਾ। ਕਹਿੰਦੇ ਸਰੀਰ ਨੂੰ ਮਾਂਜੀ ਚੱਲ, ਜਿੰਨਾ ਮਰਜੀ ਹੱਥਾਂ ਨੂੰ ਰੇਤੇ ਨਾਲ ਮਾਂਜੀ ਚੱਲ, ਸਵਾਹ ਨਾਲ ਮਾਂਜੀ ਚੱਲ, ਆ ਅੱਜ ਕੱਲ ਕਿੰਨੇ ਪਾਊਡਰ ਸ਼ੋਡਰ ਆਏ ਨੇ, ਇਹਨਾਂ ਨਾਲ ਮਾਂਜੀ ਚੱਲ, ਜੋ ਮਰਜੀ ਕਲੀ ਚੱਲ, ਸਰੀਰ ਪੂਰੇ ਨੂੰ ਮਲੀ ਚੱਲ। ਕਾਇਆ ਮਾਂਜਸ ਕੌਣ ਗੁਨਾ। ਗੁਨਾ ਦਾ ਅਰਥ ਹੈ ਕੀ ਫਾਇਦਾ, ਦੱਸ ਕੀ ਗੁਣ ਹੈ ਇਹਦਾ, ਕੀ ਲਾਭ ਹੈ। ਸਰੀਰ ਨੂੰ ਮਾਂਜਣ ਦੇ ਨਾਲ ਭਾਂਡਾ ਤੇ ਸੁੱਚਾ ਹੋ ਜਾਂਦਾ ਹੈ, ਬਰਤਨ ਸੁੱਚਾ ਹੋ ਜਾਂਦਾ ਵਾਰ-ਵਾਰ ਮਾਂਜਣ ਨਾਲ, ਪਰ ਸਰੀਰ ਮਾਂਜਣ ਨਾਲ ਸਿਰਫ ਬਾਹਰੀ ਤੌਰ ਤੇ ਸੁੱਚਾ ਹੁੰਦਾ ਹੈ। ਪਰ ਜਿਹੜੀ ਹਿਰਦੇ ਦਾ ਕਪਟ ਹੈ ਉਹ ਕਿਵੇਂ ਦੂਰ ਹੋਏਗੀ? ਹਿਰਦੇ ਦਾ ਅੰਦਰ ਜਿਹੜਾ ਪਾਪ ਹੈ, ਜਿਹੜੀ ਈਰਖ ਹੈ, ਜਿਹੜਾ ਸਾੜ ਹੈ, ਜਿਹੜੇ ਅੰਦਰ ਵਿਕਾਰ ਬੈਠੇ ਨੇ, ਅੰਦਰੋਂ ਜਿਹੜੀ ਹਉਮੈ ਦੀ ਮੈਲ ਲੱਗੀ ਹੈ, ਭਲਾ ਕਮਲਿਆ ਸਰੀਰ ਨੂੰ ਮਲਣ ਦੇ ਨਾਲ ਥੋੜੋ ਧੋਤਾ ਜਾਣਾ। ਹਉਮੈ ਦੀ ਮੈਲ ਕਦੋਂ? ਸਵਾਹ ਨਾਲ ਧੋ ਲਈ। ਅੱਛਾ ਇੱਕ ਹੋਰ ਚੀਜ਼ ਦੇਖੋ, ਮਾਫੀ ਦੇਣੀ ਮੈਨੂੰ, ਜਿਹੜਾ ਤਾਂ ਬੰਦਾ ਆਮ ਹੈ ਨਾ ਵਿਚਾਰਾ, ਹੱਥ ਧੋ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਰੁੱਖੀ ਮਿੱਠੀ ਖਾ ਲਈ, ਚਲੋ ਜਿਵੇਂ ਵੀ ਹੈ, ਉਹਦੇ ਅੰਦਰ ਇੰਨਾ ਹੰਕਾਰ ਨਹੀਂ ਹੁੰਦਾ। ਉਹ ਕਹਿੰਦਾ ਬਸ ਮਤਲਬ ਜਿਹੋ ਜਿਹਾ ਹੈਗਾ ਜੀ, ਚੱਲ ਹੈਗੇ ਆ ਸਭ ਦੇ ਸਾਹਮਣੇ। ਕੁਝ ਇੱਕ ਧਾਰਮਿਕ ਖੇਤਰ ਦੇ ਲੋਕ ਜਿਹੜੇ ਆਪਣੇ ਆਪ ਨੂੰ ਸੰਤ ਵੀ ਅਖਵਾਉਂਦੇ ਨੇ, ਕਈ ਕੁਝ ਇਸ ਤਰ੍ਹਾਂ ਦੇ, ਉਹ ਕੀ ਕਰਦੇ ਨੇ, ਛੇਤੀ ਦੇ ਨਾਲ ਉਹ ਆਮ ਕਿਸੇ ਦਾ ਨਲਕੇ ਦਾ ਪਾਣੀ ਵੀ ਨਹੀਂ ਪੀਂਦੇ। ਕਹਿੰਦੇ ਲਿਆਓ ਵੀ ਰੇਤਾ, ਪਹਿਲਾਂ ਨਲਕੇ ਦੀ ਟੂਟੀ ਮਾਂਜਣੀ ਹੈ, ਅਸੀਂ ਟੂਟੀਆਂ ਨੂੰ ਮਾਂਜਦੇ ਨੇ। ਸਵਾਹ ਲਿਆਓ ਜੀ, ਅਸੀਂ ਤਾਂ ਨਲਕਾ ਮਾਂਜਣਾ। ਮੈਂ ਤਾਂ ਕਈ ਵਾਰੀ ਇੱਥੋਂ ਤੱਕ ਸੁਣਿਆ, ਕਈ ਬਾਬੇ ਕਹਿੰਦੇ ਜੀ ਅਸੀਂ ਪਾਣੀ ਨਹੀਂ ਪੀਣਾ ਨਲਕੇ ਦਾ। ਕਿਉਂ ਜੀ? ਕਹਿੰਦੇ ਚਮੜੇ ਦੀ ਬੋਕੀ ਹੈ। ਕਰ ਲਓ ਗੱਲ, ਚਮੜੇ ਦੀ ਬੋਕੀ ਹੈ ਤੇ ਨਲਕੇ ਦਾ ਪਾਣੀ ਨਹੀਂ ਪੀਣਾ। ਹੁਣ ਤੁਹਾਨੂੰ ਖੂਹ ਚੋਂ ਕਿੱਥੋਂ ਕੱਢ ਕੇ ਲੈ ਕੇ ਆਈਏ ਭਾਈ? ਤੇ ਨਾਲੇ ਇਹ ਇੱਥੋਂ ਤੱਕ ਵੀ ਸਾਡੇ ਸਮਾਜ ਦਾ ਹੈਗਾ। ਮਤਲਬ ਕੀ ਹੈ? ਸਵਾਹ ਲਈ ਫਿਰਨੀ। ਮੈਂ ਤਾਂ ਇੱਥੋਂ ਤੱਕ ਵੀ ਵੇਖਿਆ, ਪਹਿਲਾਂ ਨਾ ਕੁਝ ਕੁ ਬਾਬੇ ਜਦੋਂ ਸਾਡੇ ਫੌਰਨ ਜਾਂਦੇ ਸੀਗੇ, ਬਾਹਰ ਅਮਰੀਕਾ ਕੈਨੇਡਾ ਪ੍ਰਚਾਰ ਕਰਨ, ਉਹਨਾਂ ਨੇ ਸਵਾਹ ਵੀ ਨਾਲ ਲੈ ਜਾਣੇ, ਕਿਉਂਕਿ ਉੱਥੇ ਸਵਾਹ ਮਿਲਦੀ ਕੋਈ ਨਹੀਂ, ਤੇ ਉੱਥੇ ਰੇਤਾ ਵੀ ਨਾਲ ਲੈ ਜਾਣਾ ਇੱਥੋਂ ਚੱਕ ਕੇ। ਉਹ ਅਗਲਿਆਂ ਪੁੱਛਿਆ ਵੀ ਰੇਤਾ ਕੀ ਕਰਨ ਲੈ ਕੇ ਆਉਂਦੇ ਹੋ ਤੁਸੀਂ ਇੱਥੇ? ਸਵਾਹ ਕਦੇ ਚੱਕੀ ਲੈ ਕੇ ਆਉਂਦੇ ਹੋ? ਸਵਾਹ ਤਾਂ
ਮਾਫੀ ਦੇਣੀ, ਭਾਵੇਂ ਅਸੀਂ ਇਹਨਾਂ ਚੱਕਰਾਂ 'ਚ ਪੈਂਦੇ ਨਹੀਂ ਸ਼ੁਭ ਅਸ਼ੁਭ ਦੇ, ਪਰ ਇਹਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਸਵਾਹ ਤਾਂ ਬੰਦੇ ਦੀ ਚੁੱਕੀ ਫਿਰਦੇ ਨੇ ਗਤੀ ਕਰਾਉਣ ਵਾਸਤੇ। ਇੱਥੇ ਚੰਗੇ ਭਲੇ ਹੀ ਬੰਦੇ ਸਵਾਹ ਚੁੱਕੀ ਫਿਰਦੇ ਸੀ। ਚਲੋ ਉਹਨਾਂ ਪੁੱਛਿਆ ਜੀ ਕੀ ਗੱਲ, ਕਹਿੰਦੇ ਟੂਟੀਆਂ ਮਾਂਜਣੀਆਂ ਨੇ। ਸ਼ੁਰੂ 'ਚ ਤਾਂ ਇਹਨਾਂ ਨੇ ਟੂਟੀਆਂ ਬੰਦ ਕਰਤੀਆਂ ਅਗਲਿਆਂ ਦੀਆਂ। ਉੱਥੇ ਤਾਂ ਰੇਤੇ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਸਵਾਹ ਦਾ ਨਾਮੋ ਨਿਸ਼ਾਨ ਨਹੀਂ। ਇਹਨਾਂ ਨੇ ਜਦੋਂ ਵੀ ਪਾਣੀ ਪੀਣਾ, ਚਲੋ ਜੀ ਕੱਢੋ ਸਵਾਹ, ਕੱਢੋ ਰੇਤਾ, ਅਗਲਿਆਂ ਦਾ ਬੰਦ ਕਰਤਾ ਸਾਰਾ ਸਿਸਟਮ। ਸੋ ਕਹਿਣ ਤੋਂ ਭਾਵ ਜਿੰਨੀਆਂ ਮਰਜ਼ੀ ਸਾਬਣਾਂ ਲਿਆ ਦੋ ਨਾ, ਕਹਿੰਦੇ ਸਾਬਣ ਨਾਲ ਹੱਥ ਥੋੜ੍ਹਾ ਸਾਫ਼ ਹੁੰਦੇ ਨੇ, ਉਹ ਸਾਬਣਾ ਸੁਬਣਾ ਨੂੰ ਮੰਨਦੇ ਨਹੀਂ, ਕਹਿੰਦੇ ਰੇਤੇ ਨਾਲ ਹੀ ਹੁੰਦੇ ਨੇ। ਸੋ ਇਹ ਇੱਕ ਸੈਪਰੇਟ ਮਤਲਬ ਲੋਕਾਂ ਦਾ ਮੰਨਣਾ ਹੈ। ਆਪਾਂ ਕਾਮਨ ਗੱਲ ਕਰ ਰਹੇ ਹਾਂ। ਮਹਾਰਾਜ ਕਹਿੰਦੇ ਨੇ ਕਾਇਆ ਮਾਂਜ ਸੁਕਾਉਣ ਗੁਨਾ, ਸਰੀਰ ਨੂੰ ਕੱਲਾ ਮਾਂਜੀ ਜਾਣਾ ਰਗੜੀ ਜਾਣਾ, ਇਹਦਾ ਲਾਭ ਕਿੰਨਾ ਹੈ। ਗੁਰੂ ਸਾਹਿਬ ਇਹ ਕਹਿੰਦੇ ਨੇ, ਕਹਿੰਦੇ ਕਾਇਆ ਮਾਂਜ ਸੁਕਾਉਣ ਗੁਨਾਹ, ਜੋ ਘਟ ਭੀਤਰ ਹੈ ਮਲਨਾ। ਕਹਿੰਦੇ ਜਦੋਂ ਤੇਰੇ ਹਿਰਦੇ ਦੇ ਵਿੱਚ ਤੇ ਮੈਲ ਪਈ ਹੈ, ਜੋ ਘਟ ਭੀਤਰ ਹੈ, ਹਿਰਦੇ ਦੇ ਵਿੱਚ ਤੇ ਮੈਲ ਭਰੀ ਪਈ ਹੈ, ਮਲੀ ਜਾਨਾ ਹੱਥਾਂ ਨੂੰ, ਰਗੜੀ ਜਾਨਾ ਹੱਥਾਂ ਨੂੰ, ਘਸਾਈ ਜਾਨਾ ਹੱਥਾਂ ਨੂੰ, ਰੇਤਾ ਮਕਾਉਣ ਤੇ ਆਇਆ ਪਿਆ ਔਰ ਸਵਾਹ ਮਕਾਉਣ ਤੇ ਆਇਆ ਪਿਆ। ਤੇ ਮਹਾਰਾਜ ਕਹਿੰਦੇ ਨੇ ਕੀ ਲਾਭ ਹੈ। ਕਦੇ ਦਿਮਾਗ ਤੇ ਜ਼ੋਰ ਦਿੱਤਾ, ਕਦੇ ਥੋੜਾ ਬਹੁਤਾ ਵੀ ਕਦੇ ਇਸ ਗੱਲ ਵੱਲ ਧਿਆਨ ਦਿੱਤਾ। ਜੇ ਇਹ ਚੀਜ਼ ਛੱਡੇਗਾ ਤਾਂ ਗੁਰੂ ਨਾਨਕ ਦੀ ਗੱਲ ਪਕੜ ਆਏਗੀ। ਜੇ ਆਪਾਂ ਹਾਲੇ ਵੀ ਕਹੀ ਚੱਲੀਏ ਲਓ ਜੀ ਇਹ ਤਾਂ ਕਹੀ ਜਾਂਦੇ ਨੇ ਹੱਥ ਨਹੀਂ ਮਾਂਜਣੇ ਚਾਹੀਦੇ ਨੇ ਰੇਤੇ ਸ਼ੈਂਪੂ ਨਾਲ, ਤੇ ਇਹ ਤਾਂ ਆਪਣੀਆਂ ਗੱਲਾਂ ਨੇ, ਆਪਾਂ ਤੇ ਇਦਾਂ ਹੀ ਕਰਾਂਗੇ, ਫਿਰ ਖਿਮਾ ਕਰਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਸਮਝਾਉਂਦੇ ਨੇ ਸ਼ਾਇਦ ਅਸੀਂ ਉਹ ਤੋਂ ਪਾਸੇ ਰਹਿ ਜਾਵਾਂਗੇ। ਇੱਥੋਂ ਤੱਕ ਵੀ ਮਹਾਰਾਜ ਕਹਿੰਦੇ ਨੇ, ਕਹਿੰਦੇ ਲੌਕੀ 68 ਤੀਰਥ ਨਹਾਈ। ਲੌਕੀ ਦਾ ਉਦਾਹਰਨ ਦੇਤੀ ਪਹਿਲੇ ਹੀ। ਕਹਿੰਦੇ ਲੌਕੀ ਜਿਹੜੀ ਹੈ 68 ਤੀਰਥਾਂ ਤੇ ਉਹਦੇ ਇਸ਼ਨਾਨ ਕਰਾ ਲਿਓ। 68 ਤੀਰਥ ਮੰਨੇ ਗਏ ਨੇ ਹਿੰਦੁਸਤਾਨ ਦੇ ਵਿੱਚ। ਇੰਨੇ ਹੀ ਨਹੀਂ ਹੈਗੇ, ਇਸ ਤੋਂ ਵੀ ਜ਼ਿਆਦਾ ਨੇ, ਪਰ ਜਿਹੜੇ ਨਾਮਵਰ ਨੇ, ਟੌਪ ਦੇ ਨੇ, ਜਿਨ੍ਹਾਂ ਦੀ ਮਹਾਨਤਾ ਹੈਗੀ ਹੈ, ਜਿਹੜੇ ਪ੍ਰਸਿੱਧ ਨੇ, ਔਰ 68 ਤੀਰਥ ਹਿੰਦੁਸਤਾਨ ਦੀ ਧਰਤੀ ਤੇ ਮੰਨੇ ਗਏ ਨੇ। ਮਹਾਰਾਜ ਕਹਿੰਦੇ ਨਾ ਲੌਕੀ ਨੂੰ 68 ਤੀਰਥਾਂ ਤੇ ਲੈ ਜਾਓ, ਉੱਥੇ ਇਸ਼ਨਾਨ ਇਹਦਾ ਵੀ ਕਰਾਈ ਚੱਲਿਓ ਨਾਲੋਂ ਨਾਲ। ਜਿੱਥੇ ਤੁਸੀਂ ਆਪ ਇਸ਼ਨਾਨ ਕਰਾਇਆ ਉੱਥੇ ਇਸ਼ਨਾਨ ਇਹਦਾ ਕਰਾ ਦਿਆ। ਲੌਕੀ 68 ਤੀਰਥ ਨਹਾਈ। ਮਹਾਰਾਜ ਕਹਿੰਦੇ ਜਦੋਂ ਐਨ ਸਾਰੇ ਇਸ਼ਨਾਨ ਹੋ ਗਏ, ਬਾਅਦ ਵਿੱਚ ਕੀ ਹੋਏਗਾ, ਉਹਨੂੰ ਭੰਨ ਕੇ ਵੇਖਿਓ ਵੀ ਉਹਦਾ ਕੌੜਾਪਣ ਚਲਾ ਗਿਆ। ਉਹਦਾ ਜਿਹੜਾ ਅੰਦਰ ਕੌੜਾਪਣ ਸੀ, ਜ਼ਹਿਰੀਲਾਪਣ ਸੀ ਲੌਕੀ ਦਾ, ਉਹ ਚਲਾ ਗਿਆ। ਭੰਨ ਕੇ ਵੇਖੋਗੇ ਜ਼ਹਿਰ ਵਰਗੀ ਕੌੜੀ ਦੀ ਕੌੜੀ ਹੋਏਗੀ। ਅੰਦਰੋਂ ਜਿਹੜਾ ਸੀ ਉਹਦਾ ਜ਼ਹਿਰੀਲਾਪਣ ਹੋਏਗਾ। ਕੌੜਾਪਣ ਤਊ ਨਾ ਜਾਈ। ਮਹਾਰਾਜ ਬਾਣੀ 'ਚ ਕਹਿੰਦੇ ਕੌੜਾਪਣ ਤਾਂ ਵੀ ਨਹੀਂ ਜਾਂਦਾ, ਲੌਕੀ ਜੈਸੀ ਹਾਲਤ ਹੀ ਬੰਦਿਆ ਤੇਰੀ ਹੈ। ਤੂੰ ਵੀ ਪਤਾ ਨਹੀਂ ਕਿੰਨੇ ਕੁ ਸਰੋਵਰਾਂ ਤੇ ਕਿੰਨੀਆਂ ਕੁ ਨਦੀਆਂ ਤੇ ਇਸ਼ਨਾਨ ਕਰਿਆ ਹੈ, ਤੇ ਜਿਹੜੀ ਅੰਦਰਲੀ ਮੈਲ ਸੀਗੀ ਨਾ ਹਉਮੈ ਦੀ ਮੈਲ ਗਈ, ਸਗੋਂ ਇਹਨੂੰ ਤਾਂ ਮਹਾਰਾਜ ਕਹਿੰਦੇ ਇੱਕ ਪਾ ਲੱਥੀ ਨਹਾਤਿਆਂ ਦੋਏ ਪਾ ਚੜੀਅਸ। ਹੋਰ ਇੱਕ ਪਾਸੇ ਨਹਾਇਆ ਤੇ ਇਹ ਦੂਜੀ ਮੈਲ ਇਹ ਚੜ ਗਈ ਵੀ ਦੇਖੋ ਜੀ ਮੇਰੇ ਜਿੰਨਾ ਤਾਂ ਕੋਈ ਪਵਿੱਤਰ ਨਹੀਂ ਹੈ। ਔਰ ਪਵਿੱਤਰ ਕਿਹੜਾ ਹੋਣਾ ਸੀ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਇੱਥੇ ਕੀ ਹੋਇਆ, ਇੱਕ ਪਾ ਲੱਥੀ ਨਹਾਤਿਆਂ ਸਰੀਰਕ ਤੌਰ ਤੇ ਨਹਾ ਲਿਆ, ਇਸ਼ਨਾਨ ਕੀਤਾ, ਦੂਸਰੇ ਪਾਸੇ ਹਉਮੈ ਦੀ ਮੈਲ ਚੜ ਗਈ। ਮਹਾਰਾਜ ਕਹਿੰਦੇ ਇਦਾਂ ਲੱਖਾਂ ਵਾਰੀ ਕਰੀ ਚੱਲੋ। 1 2 5 7 10 20 50 100 200 ਦੀ ਗੱਲ ਨਹੀਂ ਹੈ। ਅਸੀਂ ਤੇ ਜ਼ੋਰ ਮਾਰ ਕੇ ਆਪਣੀ ਜ਼ਿੰਦਗੀ 'ਚ ਕਿੰਨੀ ਕੁ ਵਾਰੀ 5-4 ਵਾਰੀ ਇਸ਼ਨਾਨ ਕਰ ਲਿਆ ਹੋਣਾ ਵੱਡੇ ਸਥਾਨਾਂ ਤੇ। ਜ਼ੋਰ ਮਾਰ ਕਿਸੇ ਨੇ 20 ਵਾਰੀ ਕਰ ਲਿਆ ਹੋਣਾ, ਕਿਸੇ ਨੇ 100 ਵਾਰ ਕਰ ਲਿਆ ਹੋਣਾ ਮੰਨ ਲਓ। ਚਲੋ ਜੇ ਕਿਸੇ ਨੇ ਬਹੁਤ ਹੀ ਸਾਰੇ 500 ਵਾਰ ਕਰ ਲਿਆ ਹੋਣਾ, ਯਾਰ 1000 ਵਾਰ ਕਰ ਲਿਆ ਹੋਣਾ, ਇਹ ਤੋਂ ਵੱਧ ਤਾਂ ਨਹੀਂ। ਪਰ ਮਹਾਰਾਜ ਤਾਂ ਕਹਿੰਦੇ ਲੱਖਾਂ ਵਾਰੀ ਵੀ ਕਰ ਲੋ ਨਾ। ਇਹ ਤਾਂ ਸਿੱਧੀ ਗੱਲੇ ਮੁਕਾਤੀ, ਕਹਿੰਦੇ ਚੱਕਰਾਂ 'ਚ ਪਿਓ ਹੀ ਨਾ ਗਿਣਤੀਆਂ ਮਿਣਤੀਆਂ 'ਚ ਵੀ ਮੈਂ ਇੰਨੇ ਇਸ਼ਨਾਨ ਕਰ ਲਏ ਇੰਨੇ ਕਰ ਲਏ। ਜੇ ਇਹ ਕਰੋਗੇ ਹਉਮੈ ਦੀ ਮੈਲ ਲੱਗੇਗੀ। ਲੱਖਾਂ ਵਾਰੀ ਇੱਥੇ ਜਾਣ ਦੇ ਬਾਵਜੂਦ ਵੀ ਤੁਹਾਨੂੰ ਪਵਿੱਤਰਤਾ ਨਹੀਂ ਹਾਸਲ ਹੋਣੀ। ਪਹਿਲੀ ਗੱਲ ਆ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਜੀ ਦੀ, ਅਸੀਂ ਕਿਸੇ ਭਰਮ 'ਚ ਨਾ ਪਈਏ। ਬਿਲਕੁਲ ਇਹ ਗੱਲ ਕਲੀਅਰ ਹੈ। ਪਹਿਲੀ ਗੱਲ ਆ ਕੀ ਹੈ, ਪਹਿਲੇ ਨੰਬਰ ਤੇ ਜੇ ਤੁਹਾਡੇ ਮਨ 'ਚ ਕਿਸੇ ਨੇ ਬਿਠਾ ਧਰਿਆ ਨਾ, ਜੇ ਤੁਹਾਡੇ ਮਨ 'ਚ ਕਿਸੇ ਬ੍ਰਾਹਮਣ ਨੇ, ਪੰਡਤ ਨੇ, ਕਿਸੇ ਇਦਾਂ, ਕਿਉਂਕਿ ਜਿਹਦੇ ਸਮਾਜ 'ਚ ਅਸੀਂ ਰਹਿੰਦੇ ਆ ਇੱਥੇ ਗੱਲਾਂ ਹੁੰਦੀਆਂ ਨੇ, ਕੋਈ ਨਹੀਂ ਭਾਈ ਹੱਤਿਆ ਹੋ ਗਈ ਹੈ, ਗਊ ਹੱਤਿਆ ਦਾ ਪਾਪ ਵੀ ਲੱਥ ਸਕਦਾ। ਇੱਥੇ ਸਾਰਾ ਕੁਝ ਹੈ ਵੀ ਫਲਾਣੇ ਤੀਰਥ ਤੇ ਨਹਾਇਓ। ਇੱਥੇ ਬੜੇ ਬੜੇ ਸਥਾਨ, ਕਪਾਲ ਮੋਚਨ ਦੀਆਂ ਕਹਾਣੀਆਂ ਸਾਰਿਆਂ ਨੂੰ ਪਤਾ, ਉੱਥੇ ਸ਼ਿਵ ਜੀ ਵਰਗੇ ਵੀ ਨਹਾ ਕੇ ਆਏ ਨੇ। ਬੜਾ ਲੰਮਾ ਚੌੜਾ ਹੈ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਤੁਸੀਂ ਇਹੋ ਜਿਹਾ ਸੁਣ ਰੱਖਿਆ ਨਾ,
ਇਹੋ ਜਿਹੇ ਭਰਮ ਪਾਲ ਰੱਖੇ ਨੇ, ਕੋਈ ਨਹੀਂ, ਜੇ ਆਪਾਂ ਤੋਂ ਪਾਪ ਹੋ ਗਿਆ ਆਪਾਂ ਇਸ਼ਨਾਨ ਕਰ ਲਾਂਗੇ। ਮਹਾਰਾਜ ਕਹਿੰਦੇ ਇਦਾਂ ਤੁਹਾਨੂੰ ਪਵਿੱਤਰਤਾ ਹਾਸਲ ਨਹੀਂ ਹੋਣੀ, ਮਨ ਦੀ ਪਵਿੱਤਰਤਾ। ਸਰੀਰਕ ਤੌਰ ਤੇ ਫਰਕ ਜ਼ਰੂਰ ਪੈਂਦਾ, ਸਰੋਵਰਾਂ ਤੇ ਇਸ਼ਨਾਨ ਕਰਨਾ ਚਾਹੀਦਾ। ਅਸੀਂ ਜਾਂਦੇ ਹਾਂ, ਹੁਣ ਹਰਿਮੰਦਰ ਸਾਹਿਬ ਜਾਣ ਦਾ ਸਮਾਂ ਮਿਲਿਆ ਤੇ ਇਸ਼ਨਾਨ ਕੀਤਾ ਰਾਮਦਾਸ ਸਰੋਵਰ ਦੇ ਵਿੱਚ ਅੰਮ੍ਰਿਤ ਵੇਲੇ 4-4:30 ਵਜੇ ਸਾਰੇ ਅਸੀਂ ਇਸ਼ਨਾਨ ਕਰਕੇ ਆਏ। ਉਹ ਸਾਡਾ ਇੱਕ ਕੇਂਦਰੀ ਸਥਾਨ ਹੈ, ਉਹਦੇ ਪ੍ਰਤੀ ਸਾਡਾ ਆਸਥਾ ਬਣੀ ਰਹਿਣੀ ਚਾਹੀਦੀ ਹੈ। ਪਰ ਇਹ ਨਹੀਂ ਹੋਣਾ ਚਾਹੀਦਾ ਵੀ ਬਸ ਇਸ਼ਨਾਨ ਕਰਕੇ ਹੁਣ ਤਾਂ ਆਪਣੇ ਸਾਰੇ ਅੱਜ ਤੱਕ ਦੇ ਪਾਪ ਲੱਥ ਗਏ, ਇਹ ਨਹੀਂ ਹੋਣਾ ਚਾਹੀਦਾ। ਮਹਾਰਾਜ ਪਹਿਲੀ ਗੱਲ ਕਹਿੰਦੇ, ਇੱਕ ਤੇ ਕਹਿ ਦਿੱਤਾ, ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਅਗਲੀ ਗੱਲ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਉਚਾਰਨ ਦਾ ਥੋੜਾ ਜਿਹਾ ਧਿਆਨ ਰੱਖਿਓ। ਜਦੋਂ ਆਪਾਂ ਸੋਚਿਆ ਹੈ ਨਾ, ਇੱਥੇ ਸੋਚੇ ਨਹੀਂ ਕਹਿਣਾ। ਜੇ ਤੁਸੀਂ ਸੋਚੇ ਸੋਚ ਨਾ ਕਹੋਗੇ, ਅਰਥਾਂ 'ਚ ਫਰਕ ਪੈ ਜਾਣਾ। ਚੱਚੇ ਨੂੰ ਦੋ ਲਾਵਾਂ ਨੇ, ਸੋਚੈ ਸੋਚੈ ਸੋਚ ਨਾ ਹੋਵਈ, ਹੋਵੀ ਨਹੀਂ ਕਹਿਣਾ, ਈੜੀ ਹੈ ਹੋਵਈ, ਜੇ ਸੋਚੀ ਲੱਖ ਵਾਰ। ਅਸਲ ਵਿੱਚ ਬਾਣੀ 'ਚ ਅਧਿਕ ਨਹੀਂ ਵਰਤਿਆ ਕਿਤੇ, ਇੱਥੇ ਲਖਵਾਰ ਹੈ। ਲਖਵਾਰ ਸ਼ਬਦ ਕੋਈ ਹੈ ਇੱਥੇ, ਲੱਖ ਵਾਰ ਹੈ। ਉਚਾਰਨੇ ਦਾ ਲੱਖ ਕਰਨਾ ਹੈਗਾ। ਜੇ ਆਪਾਂ ਕਹੀਏ ਜੀ ਅਧਿਕ ਨਹੀਂ ਹੈ, ਉਹ ਇਹੀ ਤੇ ਆਪਾਂ ਸਿੱਖਣਾ ਸਿਖਾਉਣਾ ਹੈਗਾ। ਇੱਥੇ ਉਚਾਰਨ ਲੱਖ ਵਾਰ ਹੈ, ਗਿਣਤੀ ਦੇ ਕਾਊਂਟਿੰਗ ਦੇ ਲੱਖ ਤੋਂ ਭਾਵ ਹੈ ਲਖਵਾਰ ਸ਼ਬਦ ਕੋਈ ਨਹੀਂ ਹੈਗਾ। ਅੱਗੇ ਚੁੱਪ ਹੈ, ਇੱਥੇ ਵੀ ਪੱਪੇ ਨੂੰ ਦੋ ਲਾਵਾਂ ਨੇ। ਜੇ ਇਹਦੀ ਕਲਾਂ ਬੋਲਤੀ ਅਰਥਾਂ 'ਚ ਫਰਕ ਪੈ ਜਾਣਾ ਚੁੱਪੇ ਕਹਿਣ ਨਾਲ। ਇੱਥੇ ਚੁੱਪ ਹੈ, ਚੁੱਪ ਨਾ ਹੋਵਈ, ਫਿਰ ਹੋਵਈ ਸ਼ਬਦ ਕਹਿੰਦੇ ਚੁੱਪ ਰਹਿਣ ਦੇ ਨਾਲ ਬੰਦਾ ਜਿੰਨਾ ਮਰਜ਼ੀ ਚੁੱਪ ਕਰ ਹੋ ਜਾਏ, ਮੌਨ ਧਾਰਨ ਕਰ ਲੇ, ਬੋਲਣਾ ਛੱਡ ਦੇਵੇ, ਵਿਚਾਰਾਂ ਦੀ ਸਾਂਝ ਪਾਉਣੀ ਛੱਡ ਦੇਵੇ। ਮਹਾਰਾਜ ਕਹਿੰਦੇ ਜੇ ਲਾਏ ਰਹਾ ਲਿਵ ਤਾਰ, ਜੈਨ ਬੰਦਾ ਆਖੇ ਵੀ ਹੁਣ ਆਪਾਂ ਬੋਲਣਾ ਛੱਡਤਾ ਤਾਂ ਵੀ ਚੁੱਪ ਨਹੀਂ ਹੋਇਆ ਜਾ ਸਕਦਾ। ਇਹ ਕਿਹੜੀ ਚੁੱਪ ਹੈ? ਇਹ ਚੁੱਪ ਹੈ, ਇੱਕ ਤਾਂ ਜਵਾਨ ਦਾ ਚੁੱਪ ਹੋਣਾ ਹੁੰਦਾ, ਉਹ ਤਾਂ ਚਲੋ ਸਾਡੇ ਕੰਟਰੋਲ ਵਿੱਚ ਹੈਗਾ। ਉਹ ਤਾਂ ਅਸੀਂ ਨਾ ਬੋਲੀਏ ਤੇ ਨਾ ਬੋਲੀਏ, ਭਾਵੇਂ ਮਹੀਨਾ ਨਾ ਬੋਲੀਏ ਕਿਸੇ ਨਾਲ, ਸਰ ਸਕਦਾ। ਬੜੇ ਬੜੇ ਇੱਥੇ ਮੌਨੀ ਹੋਏ ਨੇ, ਇਹੋ ਜਿਹੇ ਮੌਨੀ ਲੋਕ ਹੋਏ ਨੇ ਜਿਨ੍ਹਾਂ ਨੇ ਪੂਰਾ ਸਮਾਂ ਬੋਲਣੇ ਨਹੀਂ ਸੀ ਕੀਤਾ, ਉਹ ਲਿਖ ਕੇ ਹੀ ਦਿੰਦੇ ਸੀ, ਲਿਖ ਕੇ ਹੀ ਗੱਲ ਖਾਰੀ ਕਰਦੇ ਸੀ। ਪਰ ਮਨ ਦਾ ਬੜਾ ਜ਼ਰੂਰੀ ਹੈ। ਜ਼ਬਾਨ ਦਾ ਚੁੱਪ ਹੋਣਾ ਅਰਥ ਰੱਖਦਾ, ਪਰ ਵੱਡਾ ਅਰਥ ਮਨ ਦਾ ਚੁੱਪ ਹੋਣਾ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਚੁੱਪ ਹੈ, ਜੇ ਬੰਦਾ ਜ਼ਬਾਨ ਤੋਂ ਚੁੱਪ ਵੀ ਹੋ ਜਾਏ ਵੀ ਆਪਾਂ ਨਹੀਂ ਬੋਲਣਾ, ਮਨ ਤੇ ਬੋਲਦਾ ਨਾ। ਗੱਲ ਤੇ ਮਨ ਦੇ ਚੁੱਪ ਕਰਾਉਣ ਦੀ ਹੈ, ਗੱਲ ਤੇ ਮਨ ਦੇ ਜਿਹੜਾ ਸੀਗਾ ਪਵਿੱਤਰ ਹੋਣ ਦੀ ਹੈਗੀ ਹੈ। ਕਿੰਨੇ ਹੀ ਲੋਕ ਐਸੇ ਹੋਏ ਨੇ, ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਕੋਈ ਲਿਵ ਲਾ ਲਾ ਕੇ ਬੈਠਾ ਰਵੇ, ਐਨ ਚੌਕੜਾ ਮਾਰ ਕੇ ਬੈਠੇ, ਅੱਖਾਂ ਬੰਦ ਕਰਕੇ ਬੈਠੇ, 10ਵੇਂ ਦੀਵਾਰ ਤੇ ਭਾਵੇਂ ਉਹ ਕਹੀ ਚੱਲੇ ਵੀ ਮੇਰੇ ਮਤਲਬ ਧਿਆਨ ਜੁੜਿਆ ਹੋਇਆ, ਮੇਰਾ ਉੱਪਰ ਲਿਵ ਲੱਗੀ ਹੈ। ਸਤਿਗੁਰੂ ਕਹਿੰਦੇ ਜਿਹੜੀ ਚੁੱਪ ਚਾਹੀਦੀ ਹੈ ਨਾ, ਉਹ ਚੁੱਪ ਨਹੀਂ ਮਿਲਦੀ। ਐਸਾ ਕਈ ਵਾਰ ਵੇਖੀਦਾ। ਇੱਥੇ ਇੱਕ ਵਾਰ ਨਾਮਧਾਰੀ ਵੀਰ ਜਿਹੜੇ ਨੇ, ਇਹਨਾਂ ਦੇ ਸਥਾਨ ਬਣੇ ਹੋਏ ਨੇ, ਇਹਨਾਂ ਵਰਨੀਆਂ ਕਰਦੇ ਨੇ। ਗੁਰਮਤਿ ਦੇ ਵਿੱਚ ਵਰਨੀ ਹੈ ਨਹੀਂ, ਵੈਸੇ ਕਰਦੇ ਨੇ, ਚਲੋ ਇਹਨਾਂ ਦਾ ਥੋੜਾ ਸੈਪਰੇਟ ਹੀ ਹੈ ਸਾਰਾ ਕੁਝ। ਤੇ ਇਹ ਅੱਗ ਜੀ ਵਾਲ ਕੇ, ਇਹ ਤਾਂ ਜਿਹੜੇ ਆਪਾਂ ਲਾਵਾਂ ਲੈਂਦੇ ਆ ਆਨੰਦ ਕਾਰਜ ਵੇਲੇ ਤਾਂ ਫੇਰੇ ਲੈਂਦੇ ਨੇ, ਤੁਹਾਨੂੰ ਪਤਾ ਵੀ ਉਹ ਅਗਨੀ ਦੇ ਦੁਆਲੇ ਲੈਂਦੇ ਨੇ। ਗੁਰਮਤਿ ਤੋਂ ਉਲਟ ਹੈ ਥੋੜਾ। ਇਹ ਵਰਨੀ ਜਿਹੜੀ ਹੈ ਉਹ ਵਰਨੀਆਂ ਕਰਦੇ ਨੇ, ਅੱਗ ਜੀ ਬਾਲੀ ਹੁੰਦੀ ਹੈ ਉੱਥੇ, ਉਹ ਮਤਲਬ ਆਪਣੇ ਹਿਸਾਬ ਨਾਲ ਬੈਠ ਕੇ ਚਲੋ। ਉਹ ਕਹਿੰਦੇ ਜਿਹੜਾ ਵਰਨੀ ਕਰਦਾ ਹੈ ਉਹਨੂੰ ਖਾਸ ਤਰ੍ਹਾਂ ਦੀ ਉਹ ਇੱਕ ਪ੍ਰਾਪਤੀ ਮੰਨਦੇ ਨੇ, ਉੱਥੇ ਉਹ ਬੋਲਦੇ ਨੇ। ਇੱਕ ਵਾਰੀ ਫਾਰ ਨੌਲੇਜ ਅਸੀਂ ਕਿਤੇ ਚਲੇ ਗਏ ਇਹਨਾਂ ਦੇ ਸਥਾਨ ਤੇ ਦੇਖਣ ਵਾਸਤੇ ਵੀ ਦੇਖੀਏ ਇਹ ਗੁਰਮਤਿ ਤੋਂ ਕਿੰਨਾ ਕੁ ਪਾਸੇ ਨੇ, ਜਾਣਕਾਰੀ ਵਾਸਤੇ। ਜਦੋਂ ਗਏ ਚਲੋ ਸੰਖੇਪ ਦੇ ਵਿੱਚ ਉਹ ਜਿਹੜਾ ਸਾਰਿਆਂ ਨੂੰ ਮਿਲੇ ਮੁਲੇ, ਉਹ ਮੈਨੂੰ ਕਹਿੰਦੇ ਵੀ ਆਓ। ਉਹ ਉੱਥੇ ਕਮਰੇ ਚਲੇ ਗਏ, ਉੱਥੇ ਅੱਗੇ ਛੋਟਾ ਜਿਹਾ ਕਮਰਾ ਤੇ ਅੱਗ ਜੀ ਪਈ, ਉੱਥੇ ਸਾਰਾ ਕੁਝ। ਤੇ ਇੱਕ 25 ਸਾਲਾਂ ਦਾ 25-30 ਸਾਲਾਂ ਦਾ ਜਿਹੜਾ ਸੀਗਾ ਸਬਦ ਸੁਰਤ ਸੀਗਾ, ਤੇ ਉਹ ਬੈਠਾ ਆਪਣਾ, ਉਹਨੇ ਪਹਿਲਾਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਚੌਕੜਾ ਮਾਰੀ ਬੈਠਾ ਸੀ, ਉਹਦੇ ਹੱਥ ਵਿੱਚ ਮਾਲਾ ਸੀ। ਉਹ ਮੈਨੂੰ ਕਹਿਣ ਲੱਗੇ ਜੀ ਇਹ ਬਰਨੀ ਆ, ਇਹ ਆਏ ਆ, ਬਹੁਤ ਸਾਰਾ ਕੁਝ ਉਹਨਾਂ ਨੇ ਦੱਸਿਆ। ਚਲੋ ਸੰਖੇਪ ਦੇ ਵਿੱਚ ਜਦੋਂ ਮੁੜਨ ਲੱਗੇ ਨਾ, ਉਹ ਜਿਹੜਾ ਬੈਠਾ ਸੀ, ਮੈਂ ਕਿਹਾ ਬੋਲਦਾ ਨਹੀਂ? ਕਹਿੰਦੇ ਨਹੀਂ ਵੀ ਇਹ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਇਹ ਤਾਂ ਬਰਨੀ ਕਰ ਰਿਹਾ ਹੈ। ਤੇ ਜਦੋਂ ਅਸੀਂ ਮੁੜਨ ਲੱਗੇ ਉਹ ਹੱਥ ਜਾ ਮਾਰੀ ਚੱਲੇ। ਉਹ ਬੰਦੇ ਨੇ ਧਿਆਨ ਨਹੀਂ ਦਿੱਤਾ, ਨਾਲ ਦੇ ਨੇ ਜਿਹੜਾ ਹੈ ਉਹਨਾਂ ਦੇ ਸੀ, ਉਹਨੇ ਫਿਰ ਜਿਹੜਾ ਸੀਗਾ ਹੱਥ ਕੀਤਾ, ਉਹਨੇ ਧਿਆਨ ਨਾ ਦਿੱਤਾ, ਉਹਨੇ ਫਿਰ ਖੜਕਾਇਆ ਕੁਝ ਉੱਥੋਂ।
ਖੜਕਾ ਕੇ ਜਾਂ ਉਹਨੇ ਮੈਨੂੰ ਕਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਆ ਮਤਲਬ ਉਹ ਜਿਹੜਾ ਬੰਦਾ ਤੁਹਾਡਾ ਬੈਠਾ ਉਹ ਕੁਝ ਕਹਿਣਾ ਚਾਹੁੰਦਾ। ਉਹਨੇ ਜਦੋਂ ਉਧਰ ਵੱਲ ਦੇਖਿਆ, ਉਹਨੇ ਕਿਹਾ ਵੀ ਹਾਂ ਵੀ ਕੀ ਹੈ, ਇਸ਼ਾਰੇ ਨਾਲ ਉਹਨੇ ਇਸ਼ਾਰਾ ਕੀਤਾ ਵੀ ਆ ਝੋਲਾ ਲਮਕਦਾ, ਪਤਾ ਨਹੀਂ ਕੀ ਸੀ ਨੇੜੇ, ਵੀ ਇੱਥੋਂ ਲਿਫਾਫੇ 'ਚ ਪਤਾਸੇ ਪਤੂਸੇ ਦੇਣੇ ਸੀ, ਉਹ ਕੱਢ ਕੇ ਦੇ ਦਿਓ। ਉਹ ਮੈਂ ਕਿਹਾ ਜੀ ਇਹ ਕੀ ਗੱਲ ਹੈ? ਕਹਿਣ ਲੱਗਿਆ ਜੀ ਇਹਨੇ ਮਤਲਬ ਮੌਨ ਧਾਰਨ ਕੀਤਾ ਹੋਇਆ, ਇੱਕ ਤਰ੍ਹਾਂ ਚੁੱਪ ਨਹੀਂ, ਇਹ ਬੋਲਣਾ ਨਹੀਂ, ਇਹਨੇ ਚੁੱਪ ਕੀਤੀ ਹੋਈ, ਚਬੱਟੀ ਹੋਈ ਹੈ। ਕਾਹਦੇ ਵਾਸਤੇ? ਚਲੋ ਉਹਨਾਂ ਨੇ ਸਾਰੀ ਗੱਲ ਦੱਸੀ ਸੰਖੇਪ ਦੇ ਵਿੱਚ। ਜਦੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਚਨ ਯਾਦ ਆ ਗਿਆ ਵੀ ਮਹਾਰਾਜ ਤਾਂ ਕਹਿੰਦੇ ਜ਼ੋਰ ਲਾ ਲਓ ਜਿੰਨਾ ਮਰਜ਼ੀ। ਮੈਂ ਕਿਹਾ ਹੁਣ ਇਹਦੀ ਚੁੱਪ ਕੀ ਕਰੂਗੀ? ਧਿਆਨ ਇਹਦਾ ਤੇ ਇਹ ਤਾਂ ਇਸ਼ਾਰੇ ਕਰੀ ਜਾਂਦਾ, ਖੜਕਾਈ ਜਾਂਦਾ ਤੁਹਾਨੂੰ ਹੈ, ਤੁਹਾਨੂੰ ਇਸ਼ਾਰੇ ਕਰਦਾ, ਖੜਕਾ ਰਿਹਾ ਵਿਚਾਰਾ, ਇਸ਼ਾਰੇ ਕਰਦਾ ਵੀ ਆ ਝੋਲਾ ਦੇ। ਹੁਣ ਇਹਦਾ ਭਲਾ ਉਹ ਧਿਆਨ ਜੁੜਿਆ ਹੋਣਾਗਾ। ਇਹੋ ਜੀ ਚੁੱਪ ਦਾ ਕਰਾਣਾ ਕੀ ਹੈ? ਇਹ ਚੁੱਪ ਸਾਡਾ ਕੀ ਸਵਾਰੇਗੀ? ਮਹਾਰਾਜ ਕਹਿੰਦੇ ਜ਼ੁਬਾਨ ਤੋਂ ਬੰਦਾ ਜ਼ੋਰ ਲਾ ਲੇ, ਪਰ ਜਿਹੜੀ ਅੰਦਰਲੀ ਚੁੱਪ ਹੈ ਉਹ ਹੋਣੀ ਚਾਹੀਦੀ ਹੈ। ਇਹ ਤਾਂ ਆਪਾਂ ਬੰਦੇ ਨਾਲ ਰੁੱਸ ਜੀਏ ਘਰ ਵਾਲਿਆਂ ਨਾਲ ਤਾਂ ਨਹੀਂ ਬੋਲਦੇ, ਉਹ ਫਿਰ ਤਾਂ ਉਹੀ ਚੰਗੇ ਨੇ ਜਿਹੜੇ ਕਹਿੰਦੇ ਆ ਵੀ ਉਹ ਤਾਂ ਮੇਰੇ ਨਾਲ ਰੁੱਸਿਆ ਹੋਇਆ, ਤਾਂ 6 ਮਹੀਨੇ ਹੋ ਗਏ ਜੀ ਬੋਲਦਾ ਨਹੀਂ ਹੈ। ਕੀ ਉਹਦੀ ਇਹ ਕੋਈ ਧਾਰਮਿਕ ਪ੍ਰਾਪਤੀ ਹੈ? ਗੁੰਗੇ ਕਿੰਨੇ ਨੇ ਇੱਥੇ, ਮਹਾਰਾਜ ਕਿਰਪਾ ਕਰਨ। ਪਰ ਜਿਹੜੇ ਗੁੰਗੇ ਨੇ, ਜੇ ਚੁੱਪ ਰਹਿਣ ਦੇ ਨਾਲ ਹੀ ਇਦਾਂ ਮਿਲਦਾ ਹੁੰਦਾ, ਫਿਰ ਤਾਂ ਉਹਨਾਂ ਨੂੰ ਕਦੋਂ ਦਾ ਚੁੱਪ ਹੈ, ਚੁੱਪ ਨਾ ਹੋਵੇ। ਪੜਿਓ ਭਾਈ ਗੁਰਦਾਸ ਜੀ, ਉਹਨਾਂ ਨੇ ਜ਼ਿਕਰ ਕੀਤਾ, ਮਿਲਿਆ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ, ਬਾਲ ਵਧਾਇਆ ਪਾਈਆ ਵੜ ਜੜਾ ਪਲਾਸੀ। ਉਹਨਾਂ ਨੇ ਇਸ ਪੌੜੀ ਦੇ ਵਿੱਚ ਸਾਰਾ ਜ਼ਿਕਰ ਕੀਤਾ। ਕਹਿੰਦੇ ਜੇ ਗੁੰਗਿਆਂ ਨੂੰ ਚੁੱਪ ਕਰਨਾ ਮਿਲਦਾ ਹੁੰਦਾ ਤਾਂ ਸਭ ਤੋਂ ਪਹਿਲਾਂ ਗੁੰਗਿਆਂ ਨੂੰ ਮਿਲਣਾ ਸੀਗਾ। ਉਹ ਤਾਂ ਵਿਚਾਰੇ ਸਾਰੀ ਜ਼ਿੰਦਗੀ ਨਹੀਂ ਬੋਲਦੇ, ਉਹ ਤਾਂ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਨਹੀਂ ਬੋਲ ਸਕਦੇ, ਇਸ਼ਾਰਿਆਂ ਨਾਲ ਕੰਮ ਚੱਲਦਾ ਉਹਨਾਂ ਦਾ। ਇਹ ਵੀ ਭੁਲੇਖਾ ਸਾਡਾ ਵੀ ਅਸੀਂ ਸ਼ਾਇਦ ਚੁੱਪ ਵੱਟ ਕੇ ਰੱਖਣੀ ਹੈ। ਮਹਾਰਾਜ ਨੇ ਸਾਨੂੰ ਤਾਂ ਬਾਣੀ 'ਚ ਇਹ ਕਿਹਾ, ਪਤਾ ਕੀ ਕਿਹਾ? ਕਹਿੰਦੇ ਜਬ ਤੱਕ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਤੁਹਾਨੂੰ ਮਾਲਕ ਨੇ ਜ਼ੁਬਾਨ ਦਿੱਤੀ ਹੈ, ਸ਼ੁਕਰ ਕਰੋ ਉਹਦਾ, ਧੰਨਵਾਦ ਕਰੋ, ਤੁਹਾਨੂੰ ਬੋਲਣ ਦੀ ਤਾਕਤ ਦਿੱਤੀ ਹੈ। ਇਹ ਬਹੁਤ ਵੱਡਾ ਤਾਕਤ ਹੈ ਮਹਾਰਾਜ ਦੀ ਦਿੱਤੀ ਹੋਈ ਸਾਨੂੰ, ਇਹ ਗਿਫਟ ਹੈ, ਗੋਡ ਗਿਫਟ। ਇਹਦਾ ਸ਼ੁਕਰ ਕਰਨਾ ਚਾਹੀਦਾ ਵੀ ਅਸੀਂ ਬੋਲ ਸਕਦੇ ਹਾਂ। ਬੋਲਾਂ ਦੇ ਨਾਲ ਹੀ ਆਦਾਨ ਪ੍ਰਦਾਨ ਵਿਚਾਰ ਹੁੰਦਾ। ਜਿਹੜੇ ਗੁੰਗੇ ਨੇ, ਪੁੱਛ ਕੇ ਵੇਖੋ ਕਦੇ ਉਹਨਾਂ ਨੂੰ, ਮੈਨੂੰ ਮਾਫੀ ਦੇਣੀ, ਜਦੋਂ ਬੱਚਾ ਕੋਈ ਵੈਸੇ ਐਸਾ ਬੱਚਾ ਪੈਦਾ ਨਾ ਹੋਵੇ, ਅਰਦਾਸ ਕਰਦੇ ਆ, ਜਦੋਂ ਕੋਈ ਬੱਚਾ ਗੁੰਗਾ ਬੋਲਾ ਜਮਾਂਦਰੂ ਹੁੰਦਾ ਨਾ, ਅਸੀਂ ਕਿੱਥੇ ਕਿੱਥੇ ਚੁੱਕੀ ਫਿਰਦੇ ਆ ਉਹਨੂੰ, ਮਸ਼ੀਨਾਂ ਲਵਾਉਂਦੇ ਫਿਰਦੇ ਆ, ਆਪਰੇਸ਼ਨ ਕਰਾਉਂਦੇ ਫਿਰਦੇ ਆ। ਜੇ ਇਦਾਂ ਹੀ ਕਹੀਏ ਫਿਰ ਤਾਂ ਚਲੋ ਭਾਈ ਕੋਈ ਨਹੀਂ, ਵਧੀਆ ਹੋ ਗਿਆ ਵੀ ਇਹ ਗੁੰਗਾ ਹੀ ਹੈ ਤੇ ਸ਼ਾਇਦ ਹੀ ਰੱਬ ਮਿਲ ਜਾਏਗਾ। ਕਿਉਂ ਨਹੀਂ ਐਸਾ ਕੀਤਾ ਜਾਂਦਾ? ਇਹ ਜਿਹੜਾ ਮਹਾਰਾਜ ਦੀ ਵੱਡੀ ਦਾਤ ਹੈ, ਸਾਨੂੰ ਬੋਲਣਾ, ਸ਼ੁਕਰ ਕਰਨਾ ਚਾਹੀਦਾ ਹੈ। ਪਰ ਇਹ ਜ਼ਰੂਰ ਹੈ ਵੀ ਬੋਲਣ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਅਸੀਂ ਬੋਲਦੇ ਆ, ਸਤਿਗੁਰੂ ਤੇ ਕਹਿੰਦੇ ਜਦੋਂ ਤੱਕ ਤੁਸੀਂ ਦੁਨੀਆ 'ਚ ਰਹਿਣਾ ਨਾ, ਜਬ ਤੱਕ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਕੁਝ ਸੁਣਨਾ ਪੈਣਾ, ਕੁਝ ਕਹਿਣਾ ਪੈਣਾ। ਕਹੇ ਤੋਂ ਬਿਨਾਂ ਵੀ ਨਹੀਂ ਕਈ ਗੱਲਾਂ ਬਣਦੀਆਂ, ਸੁਣਨ ਤੋਂ ਬਿਨਾਂ ਵੀ ਨਹੀਂ ਕਈ ਗੱਲਾਂ ਬਣਦੀਆਂ। ਜੇ ਸੁਣਨਾ ਹੀ ਨਹੀਂ ਹੈ ਫਿਰ ਇਹਦੇ ਨਾਲ ਤਾਂ ਬੋਲੇ ਹੋ ਜਾਂਦੇ, ਜੇ ਕਹਿਣੇ ਨਹੀਂ ਹੈ ਤਾਂ ਗੁੰਗੇ ਹੋ ਜਾਂਦੇ। ਸੰਸਾਰ ਦੇ ਵਿੱਚ ਕਹਿਣਾ ਤੇ ਸੁਣਨਾ ਇਹ ਬੜਾ ਹੀ ਜ਼ਰੂਰੀ ਹੈਗਾ। ਮਹਾਰਾਜ ਕਿਰਪਾ ਕਰਨ, ਅਸੀਂ ਜੋ ਬੋਲੀਏ ਸ਼ੁਭ ਬੋਲੀਏ। ਇਹ ਜ਼ਰੂਰ ਆਖਿਆ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਅਸੀਂ ਉਸ ਪਾਸੇ ਤੁੱਤਿਆ। ਹਾਂ ਇਹ ਜ਼ਰੂਰ ਹੈ ਵੀ ਜੇ ਅਸੀਂ ਬੋਲਣਾ ਨਹੀਂ ਜਾਣਦੇ ਤਾਂ ਉੱਥੇ ਚੁੱਪ ਵੱਟਣ 'ਚ ਫਾਇਦਾ ਹੈਗਾ। ਉੱਥੇ ਚੁੱਪ ਵੱਟਣੀ ਸਿਆਣਪ ਹੈ। ਜਿੱਥੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ, ਜਿੱਥੇ ਤੁਹਾਡੇ ਬੋਲਣ ਦੇ ਨਾਲ ਪੁਆੜੇ ਖੜੇ ਹੁੰਦੇ ਨੇ, ਜਿੱਥੇ ਤੁਹਾਡੇ ਬੋਲਣ ਦੇ ਨਾਲ ਮਸਲੇ ਖੜੇ ਹੁੰਦੇ ਨੇ, ਉੱਥੇ ਬੈਠ ਰਹੇ ਵੀ ਚੁੱਪ ਕਰ ਜੋ, ਉਹ ਚੁੱਪ ਠੀਕ ਹੈ। ਪਰ ਉਂਝ ਸਾਨੂੰ ਬੋਲਣਾ ਹੈ। ਅਸੀਂ ਤੇ ਬੱਚਾ ਸਾਲ ਦਾ ਹੋ ਕੇ ਬੋਲੇ ਨਾ ਤੇ ਕਿੰਨਾ ਫਿਕਰ ਪੈ ਜਾਂਦਾ ਸਾਨੂੰ। ਅਸੀਂ ਕਿਵੇਂ ਉਹਨਾਂ ਨੂੰ ਬੁਲਾਉਨੇ ਆ, ਮਾਂ ਬੁਲਾਉਂਦੀ ਆ, ਬੱਚੇ ਬੁਲਾਉਂਦੇ ਨੇ, ਮਾਤਾ ਜ਼ੋਰ ਲਾਉਨੇ ਆ, ਉਹਨੂੰ ਕਹਾਉਨੇ ਆ, ਕਹਿ ਫਲਾਣੀ ਗੱਲ, ਕਹਿ ਫਲਾਣੀ ਗੱਲ, ਤਾਂ ਕਿ ਬੋਲਣ ਲੱਗ ਜਾਵੇ। ਨਾ ਬੋਲਣ ਲੱਗੇ ਨਾ ਭਾਜੜਾਂ ਪੈ ਜਾਂਦੀਆਂ ਨੇ, ਫਿਰ ਪਤਾ ਨਹੀਂ ਆਪਾਂ ਕਿੱਥੇ ਕਿੱਥੇ ਅਰਦਾਸਾਂ ਬੇਨਤੀਆਂ ਕਰਾਨੇ ਆ। ਇਸ ਕਰਕੇ ਚੁੱਪ ਹੈ, ਚੁੱਪ ਨਾ ਹੋਵੇ। ਲੋਕ ਕਹਿੰਦੇ ਸੀ ਚੁੱਪ ਰਹਿਣਾ ਸ਼ਾਇਦ ਪ੍ਰਮਾਤਮਾ ਪ੍ਰਾਪਤ ਹੋ ਜਾਏਗਾ। ਇਹ ਬੜਾ ਭਰਮ ਰਿਹਾ, ਗੁਰੂ ਸਾਹਿਬ ਨੇ ਕੱਢਤਾ ਪਹਿਲੇ ਭਰਮ। ਕਹਿੰਦੇ ਮਤਾਂ ਸੋਚਿਓ, ਪਹਿਲਾਂ ਸੋਚੇ ਵਾਲੀ ਗੱਲ ਕਹਿਤੀ, ਫਿਰ ਚੁੱਪੇ ਵਾਲੀ ਤੀਜੀ ਗੱਲ। ਭੁੱਖਿਆ ਹਾਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆ, ਕਿਸੇ ਵੀ ਭੁੱਖੇ ਬੰਦੇ ਦੀ ਭੁੱਖ ਖਤਮ ਨਹੀਂ ਹੁੰਦੀ, ਭੁੱਖਾ ਭੁੱਖਾ ਹੀ ਰਹਿੰਦਾ ਹੈ। ਲੋੜਵੰਦ ਦੀ ਲੋੜ ਪੂਰੀ ਹੋ ਜਾਂਦੀ ਹੈ। ਬੜਾ ਫਰਕ ਹੈ। ਇੱਕ ਤਾਂ ਬੰਦਾ ਮਨ ਦਾ ਭੁੱਖਾ ਹੈ, ਉਹਨੂੰ ਤੁਸੀਂ ਰਜਾਈ ਨਹੀਂ ਸਕਦੇ। ਇੱਕ ਤਨ ਦਾ ਭੁੱਖਾ, ਤਨ ਦੇ ਭੁੱਖੇ ਨੂੰ ਕੀ ਹੈ, 4 ਪ੍ਰਸ਼ਾਦਿਆਂ ਦੀ ਲੋੜ ਹੈ, ਉਹਨੂੰ ਤੁਸੀਂ ਛਕਾ ਦਿਓ, ਕਹੂਗਾ ਜੀ ਵੱਧ ਦੀ 4 ਵੱਧ ਦਿਓਗੇ, ਕਹੂਗਾ ਢਿੱਡ ਪਾੜਨਾ ਜੀ ਮੇਰਾ, ਬਸ ਕਰੋ ਬਹੁਤ ਹੋ ਗਿਆ। 4 ਪ੍ਰਸ਼ਾਦਿਆਂ ਦੀ ਲੋੜ ਹੈ, ਮੈਨੂੰ 5 ਦੀ ਲੋੜ ਹੈ, ਆਪਣੀ ਤਸੱਲੀ ਹੋ ਗਈ, ਰੱਜ ਗਿਆ ਨਾ ਉਹ,
बस ਉਹਦੀ संतुष्टि है। ਉਹਨੂੰ ਚਾਰ ਠੰਡ ਹੈ ਠੁਰ ਕਰਦਾ, ਉਹਨੂੰ ਕੁੜਤਾ ਪਜਾਮਾ ਦਿਓ, ਕਹੂਗਾ ਜੀ ਬਸ ਸੰਤੁਸ਼ਟੀ ਹੈ। ਹੁਣ ਕੁੜਤੇ ਪਜਾਮੇ ਦੇ ਉੱਪਰ ਕੁੜਤਾ ਪਜਾਮਾ ਪਾਇਆ ਨਹੀਂ ਨਾ ਜਾ ਸਕਦਾ, ਜਾਂ ਪੈਂਟ ਸ਼ਰਟ ਦੇ ਉੱਪਰ ਕੁੜਤਾ ਪਜਾਮਾ ਨਹੀਂ ਪਾਇਆ, ਇੱਕੋ ਹੀ ਪਾਇਆ ਜਾਏਗਾ, ਗੱਲ ਹੋਊਗੀ। ਪੈਰਾਂ 'ਚ ਜੋੜਾ ਚਾਹੀਦਾ, ਸਿਰ ਤੇ ਕੱਪੜਾ ਚਾਹੀਦਾ, ਹੋ ਗਿਆ, ਰੱਜ ਗਿਆ। ਪਰ ਜਿਹੜਾ ਮਨ ਦਾ ਭੁੱਖਾ, ਉਹਨੂੰ ਤੁਸੀਂ ਰੋਟੀਆਂ ਦੇ ਦਿਓ 4, ਉਹਨੇ 4 ਕਹਿਣਾ ਜੀ ਹੋਰ ਦੇ ਦਿਓ, ਕਰਨੀਆਂ ਨੇ ਕੱਲ ਸ਼ਾਮ ਨੂੰ ਖਾਊਂਗਾ ਮੈਂ, ਤੇ ਹੋਰ ਦੇ ਦਿਓ ਕਹੂਗਾ ਮੈਂ ਸਵੇਰ ਵਾਸਤੇ ਵੀ ਸਾਂਭ ਲੈਣਾ। ਭੁੱਖਾ ਬੰਦਾ ਤੇ ਐਂ ਬਸ ਇਕੱਠਾ ਹੀ ਕਰੀ ਜਾਂਦਾ। ਭੁੱਖਾ ਬੰਦੇ ਨੂੰ ਕੋਈ ਰਜ਼ਾ ਨਹੀਂ ਸਕਦਾ। ਪੈਸਿਆਂ ਦੀ ਲੋੜ ਹੈ ਸਾਨੂੰ, ਧਨ ਦੀ ਲੋੜ ਹੈ, ਸਮਾਜ ਵਿੱਚ ਰਹਿੰਦੇ ਆ, ਪਰ ਮਹਾਰਾਜ ਨੇ ਸਭਨਾਂ ਨੂੰ ਦਿੱਤਾ ਹੋਇਆ ਉਹਨਾਂ ਕੁ, ਪਰ ਅਸੀਂ ਕਹਿੰਦੇ ਹੋਰ ਮਿਲ ਜਾਏ, ਹੋਰ ਮਿਲ ਜਾਏ। ਕਿਉਂ ਵੀ 6 ਮਹੀਨਿਆਂ ਦਾ, ਸਾਲ ਦਾ, ਮਤਲਬ 5 ਸਾਲਾਂ ਦਾ ਆਪਣੇ ਪੁੱਤ ਪੋਤਰਿਆਂ ਦਾ ਵੀ ਇਕੱਠਾ ਕਰ ਜੀ। ਰੱਜਿਆ ਕੋਈ ਇੱਥੇ? ਭੁੱਖਿਆ ਭੁੱਖ ਨਾ ਉਤਰੀ। ਤ੍ਰਿਸ਼ਨਾਲੂ ਬੰਦਾ ਰੱਜਦਾ ਨਹੀਂ ਹੈ, ਲੋੜਵੰਦ ਦੀ ਲੋੜ ਪੂਰੀ ਹੋ ਜਾਂਦੀ ਹੈ। ਜਿਹੜਾ ਤ੍ਰਿਸ਼ਨਾਲੂ ਹੈ, ਤ੍ਰਿਸ਼ਨਾ ਦਾ ਕਦੇ ਅੰਤ ਹੁਣ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋ ਰਿਹਾ, ਪਰ ਹੀ ਕੋ ਲੁਝੀ ਹੈ। ਅੱਜ ਸੈਂਕੜਿਆਂ ਤੇ ਗੱਲ ਖੜੀ ਹੈ, ਸੈਂਕੜੇ ਹੋ ਗਏ, ਕੱਲ ਨੂੰ ਹਜ਼ਾਰਾਂ ਤੇ ਚਲੀ ਜਾਏਗੀ, 1000 ਆ ਗਏ, ਲੱਖਾਂ ਤੇ ਚਲੀ ਜਾਏਗੀ, ਲੱਖ ਆ ਗਏ, ਕਰੋੜਾਂ ਤੇ ਚਲੀ ਜਾਏਗੀ, ਕਰੋੜ ਆ ਗਏ। ਰੁਕਦੀ ਥੋੜੋ ਹੈ ਗੱਲ। ਕਿਸੇ ਨੇ ਆਖਿਆ ਵੀ ਮਹਾਰਾਜ ਬਹੁਤ ਹੋ ਗਿਆ, ਹੁਣ ਬੰਦ ਕਰ ਦੇ ਦੇਣਾ, ਹੁਣ ਤੇ ਬੜਾ ਕੁਝ ਦਿੱਤਾ ਹੋਇਆ। ਭੁੱਖਿਆ ਭੁੱਖ ਨਾ ਉਤਰੀ। ਭੁੱਖਾ ਬੰਦਾ, ਮਨ ਦਾ ਭੁੱਖਾ ਬੰਦਾ ਕਦੇ ਰੱਜੇ ਨਹੀਂ ਸਕਦਾ, ਕਦੇ ਵੀ। ਸ਼ਾਇਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਸੀ। ਸੰਖੇਪ ਮਾਤਰ ਜਿੱਦਣੇ ਬਾਬੇ ਮਰਦਾਨਾ ਜੀ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ, ਸੰਖੇਪ ਦੇ ਵਿੱਚ ਕਹਿੰਦਾ ਮਹਾਰਾਜ ਮੇਰਾ ਪ੍ਰਬੰਧ ਕਰੋ। ਮਹਾਰਾਜ ਕਹਿੰਦੇ ਕੋਈ ਨਹੀਂ, ਅਗਲੇ ਪਿੰਡ ਚੱਲਦੇ ਆ, ਕਰਦੇ ਆ। ਕਹਿੰਦਾ ਨਾ ਜੀ ਆਪਾਂ ਤੋਂ ਤੁਰਿਆ ਨਹੀਂ ਜਾਂਦਾ। ਚਲੋ ਉਹ ਸਾਖੀਆਂ ਤੁਸੀਂ ਸੁਣੀਆਂ ਨੇ, ਰੋਜ਼ ਦੇ ਸਰਵਣ ਕਰਨ ਵਾਲੇ ਹੋ, ਇਸ਼ਾਰਾ ਸਮਝਦੇ ਹੋ। ਮਹਾਰਾਜ ਨੇ ਉਹ ਇਸ਼ਾਰਾ ਕੀਤਾ ਕੁਕੜੀਆਂ ਵੱਲ, ਉਹ ਅੱਕ ਦੀਆਂ ਕੁਕੜੀਆਂ ਜਿਹੜੀਆਂ ਸੀ। ਕਹਿੰਦਾ ਮਹਾਰਾਜ ਜ਼ਹਿਰ ਖਵਾਉਣ ਲੱਗੇ, ਉਹਦੇ ਨਾਲ ਤਾਂ ਨਾ ਹੀ ਦਿਓ, ਮਰਵਾਉਣਾ ਮੈਨੂੰ, ਤੁਸੀਂ ਮਾਰਨਾ ਚਾਹੁੰਦੇ ਹੋ। ਮਹਾਰਾਜ ਕਹਿੰਦੇ ਨਹੀਂ, ਚਲੋ ਬਚਨ ਮੰਨਿਆ। ਇੱਕ ਬਚਨ ਕੀਤਾ ਮਹਾਰਾਜ ਨੇ, ਕਹਿੰਦੇ ਜਿੰਨੀ ਕੁ ਲੋੜ ਹੈ ਨਾ ਉਨੀਆਂ ਕੁ ਹੀ ਖਾਈ, ਉਨੀਆਂ ਕੁ ਤੋੜੀ। ਮਤਲਬ ਜਿੰਨੀ ਕੁ ਤੈਨੂੰ ਭੁੱਖ ਹੈ, ਜਿੰਨੀ ਕੁ ਲੋੜ ਹੈ, ਉਨੀਆਂ ਕੁ ਤੋੜੀ। ਤੇ ਮਹਾਰਾਜ ਕਹਿੰਦੇ ਵੱਧ ਨਹੀਂ ਤੋੜਨੀਆਂ ਜਾਂ ਲੜ ਨਹੀਂ ਬੰਨਣ ਦੀ ਲੋੜ। ਭਾਈ ਮਰਦਾਨਾ ਜੀ ਨੇ ਹੁਕਮ ਮੰਨਿਆ। ਸਾਖੀਆਂ ਨੇ, ਸਾਡੇ ਕੋਲ ਇਤਿਹਾਸ ਹੈ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਦਾ ਕੁਕੜੀਆਂ ਤੋੜੀਆਂ, ਜਿਹੜੀਆਂ 5-4 ਤੋੜੀਆਂ, ਜਿੰਨੀ ਭੁੱਖ ਲੱਗੀ ਸੀ, ਅੰਬ ਵਾਂਗ ਮਿੱਠੀਆਂ ਲੱਗੀਆਂ। ਕਹਿੰਦੇ ਨੇ ਪ੍ਰਸੰਗ ਹੈ, ਸਮਝਣਾ ਹੈ। ਕਹਿੰਦੇ ਨੇ ਬੜਾ ਹੀ ਆਨੰਦ ਆਇਆ, ਰੱਜ ਗਿਆ। ਸੰਤੁਸ਼ਟੀ ਤਾਂ ਹੋ ਗਈ, 5-4 ਹੋਰ ਤੋੜ ਲੀਆਂ। ਉਹ ਕਾਹਦੇ ਵਾਸਤੇ? ਕਹਿੰਦਾ ਬਾਬੇ ਦਾ ਕੀ ਪਤਾ ਮੁੜ ਕੇ ਫੇਰ ਇਹਨੇ ਕਿਹੜਾ ਛੇਤੀ ਪੁੱਛਣਾ ਮੈਨੂੰ ਰੋਟੀ ਪਾਣੀ। ਇਹਨਾਂ ਨੂੰ ਤਾਂ ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਆਪਾਂ ਤਾਂ ਆਪਣਾ ਪ੍ਰਬੰਧ ਕਰਕੇ ਚੱਲੀਏ। ਪ੍ਰਬੰਧ ਕਰ ਲਿਆ, ਲੜ ਬੰਨ ਲਈਆਂ, ਬੋਝੇ ਚ ਪਾ ਲੀਆਂ। ਬਾਬੇ ਨੂੰ ਦੱਸਿਆ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਤੇ ਸੀ, ਮਹਾਰਾਜ ਨੂੰ ਕਿਤੇ ਭੁੱਲੇ, ਨਾਲ ਤੁਰ ਪਿਆ। ਕਹਿੰਦਾ ਹੁਣ ਤਾਂ ਬਾਬਾ ਭਾਵੇਂ 2 ਪਿੰਡ ਨਾ ਪੁੱਛੀ, ਹੁਣ ਤਾਂ ਆਪਾਂ ਆਪਣਾ ਕੰਮ ਕਰ ਲਿਆ। ਅਸੀਂ ਕਈ ਵਾਰੀ ਇਦਾਂ ਸੋਚਦੇ ਹਾਂ, ਹੁਣ ਤਾਂ ਮੈਂ ਆਪਣਾ ਕੰਮ ਕਰਕੇ ਚੱਲਿਆ। ਬਾਬੇ ਨੂੰ ਵੀ ਪਤਾ ਸੀ। ਅਗਾਂਹ ਜਾ ਕੇ ਜਦੋਂ ਭੁੱਖ ਲੱਗੀ ਨਾ, ਉਹਨੇ ਮਹਾਰਾਜ ਨੂੰ ਨਹੀਂ ਆਖਿਆ ਵੀ ਹੁਣ ਮਹਾਰਾਜ ਕਿਰਪਾ ਕਰੋ, ਕਿਉਂਕਿ ਪ੍ਰਬੰਧ ਕੀਤਾ ਹੋਇਆ। ਜਦੋਂ ਅੱਖ ਜੀ ਬਚਾ ਕੇ ਖਾਣ ਲੱਗਿਆ, ਉਹ ਜ਼ਹਿਰ ਵਰਗੀਆਂ ਕੌੜੀਆਂ। ਫਿਰ ਦੇਖਦਾ, ਕਹਿੰਦਾ ਉਹ ਆਹ ਕੀ ਹੋ ਗਿਆ? ਇੱਕੋ ਹੀ ਬੂਟੇ ਤੋਂ ਤੋੜੀਆਂ ਦੀਆਂ ਯਾਰ, ਮੈਂ ਭਲੇ ਕੀ ਗੱਲ ਹੋ ਗਈ? ਇਹ ਜ਼ਹਿਰ ਵਰਗੀਆਂ ਕੌੜੀਆਂ ਨੇ ਤੇ ਉਹ ਅੰਬ ਵਰਗੀਆਂ ਮਿੱਠੀਆਂ। ਫਿਰ ਇਹਨੇ ਕਿਹਾ ਵੀ ਇਹ ਸ਼ਾਇਦ ਇੱਕ ਹੋ ਗਈ ਹੋਣੀ, ਉਹ ਵੀ ਛਿੜਤੀ, ਦੂਜੀ ਨੂੰ ਮੂੰਹ ਲਾਇਆ, ਸਾਰੀਆਂ ਹੀ। ਕਹਿੰਦਾ ਕੀ ਹੋ ਗਿਆ? ਅਖੀਰ ਹੱਥ ਜੋੜਨੇ ਪੈ ਗਏ। ਕਹਿੰਦਾ ਬਾਬਾ ਆਹ ਗੱਲ ਤੈਨੂੰ ਤੇ ਪਤਾ ਹੀ ਹੈ ਮੇਰੀ ਕਹਾਣੀ, ਤੇ ਤੇਰਾ ਤੇ ਮੈਂ ਸਾਥੀ ਹਾਂ। ਮਹਾਰਾਜ ਕਹਿੰਦੇ ਤੈਨੂੰ ਕਿਹਾ ਕੀ ਸੀਗਾ? ਵੀ ਲੜ ਨਹੀਂ ਬੰਨਣੀਆਂ, ਪੱਲੇ ਨਹੀਂ ਬੰਨਣੀਆਂ। ਲੋੜ ਹੋਰ ਚੀਜ਼ ਹੈ, ਲਾਲਚ ਹੋਰ ਚੀਜ਼ ਹੈ। ਇਸ ਕਰਕੇ ਭੁੱਖਾ ਬੰਦਾ ਕਦੇ ਨਹੀਂ ਰੱਜਦਾ। ਜੇ ਬਾਬਾ ਮਰਦਾਨਾ ਭਲਾ ਉਦੋਂ 5-4 ਛਕ ਲੈਂਦਾ, ਚਲੋ ਵੱਧ ਵੀ ਛਕ ਲੈਂਦਾ, ਮਿੱਠੀਆਂ ਸੀ ਉਦੋਂ ਤਾਂ, ਲੜ ਨਾ ਬੰਨਦਾ, ਤੇ ਫਿਰ ਕਿਹੜਾ ਉਹਨੂੰ ਬਾਬੇ ਨੇ ਭੁੱਖਾ ਮਰਨ ਦੇਣਾ ਸੀ? ਗੁਰੂ ਸਾਹਿਬ ਤਾਂ ਦੁਨੀਆ 'ਚ ਕਿਸੇ ਨੂੰ ਭੁੱਖਾ ਨਹੀਂ ਮਰਨ ਦੇ ਰਹੇ। ਪਰ ਉਹ ਗੱਲ ਹੈਗੀ ਹੈ ਸਾਡੇ ਸਮਝਣ ਦੀ, ਉਹ ਸਾਨੂੰ ਸਮਝਾਇਆ ਗਿਆ। ਬਾਬਾ ਮਰਦਾਨਾ ਤੇ ਬਹਾਨਾ ਹੈ, ਇਹ ਤਾਂ ਸਾਨੂੰ ਸਮਝਾਇਆ ਹੈ। ਕਈ ਵਾਰੀ ਅਸੀਂ ਵੀ ਇਦਾਂ ਹੀ ਕਰਦੇ ਹਾਂ। ਸਤਿਗੁਰੂ ਕਹਿੰਦੇ ਭੁੱਖਾ ਬੰਦਾ ਰੱਜ ਨਹੀਂ ਸਕਦਾ। ਭੁੱਖਿਆਂ ਭੁੱਖ ਨਾ ਉਤਰੀ, ਭਾਵੇਂ ਜੇ ਕਹਿੰਦੇ ਬੰਨਾ ਪੁਰੀਆਂ ਭਾਰ, ਜਿੰਨੀਆਂ ਪੁਰੀਆਂ ਨੇ ਨਾ ਦੁਨੀਆ ਕਹਿ ਲਓ ਸਾਰੀ, ਦੁਨੀਆ ਦੇ ਸਾਰੇ ਪਦਾਰਥ ਦੀਆਂ ਪੰਡਾਂ ਭਰ ਕੇ ਬੰਦੇ ਨੂੰ ਚੁਕਾ ਦਿਓ ਵੀ ਰੱਜ ਗਏ ਆ। ਉਹ ਕਹਿੰਦਾ ਨਹੀਂ, ਹਾਲੇ ਤਾਂ ਹੋਰ ਵੀ ਪੰਡਾ ਚੱਕ ਸਕਦਾ। ਨਹੀਂ, ਜਿੰਨੀਆਂ ਮਰਜ਼ੀ ਦੁਨੀਆ ਦੇ ਪਦਾਰਥ ਉਹਨੂੰ ਮਿਲ ਜਾਣ, ਪੰਡਾ ਭਰ ਕੇ ਚੁੱਕ ਲਵੇ, ਰੱਜਦਾ ਨਹੀਂ ਹੈ। ਸਤਿਗੁਰੂ ਅਗਲੀ ਗੱਲ ਕਹਿਣ ਲੱਗੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਬਹੁਤੀਆਂ ਚਤੁਰਾਈਆਂ ਵੀ ਨਹੀਂ ਸਿੱਖਣੀਆਂ। ਸਿਆਣਾ ਹੋਣਾ ਹੋਰ ਚੀਜ਼ ਹੈ, ਚਤੁਰਾਈ ਕਰਨੀ ਹੋਰ ਚੀਜ਼ ਹੈ। ਇਹਨਾਂ ਦਾ ਥੋੜਾ ਜਿਹਾ ਸੂਖਮ ਭੇਦ ਹੈ,
ਬਹੁਤ ਸੂਖਮ ਭੇਦ। ਸਿਆਣਾ ਹੋਣਾ, ਆਪਾਂ ਸਿਆਣੇ ਹੋਣ ਲਈ ਆਉਨੇ ਆ ਇੱਥੇ, ਆਪਾਂ ਅਰਦਾਸ ਕਰਦੇ ਹਾਂ ਸਾਡੇ ਬੱਚੇ ਸਿਆਣੇ ਹੋਣ, ਸਿਆਣੇ ਹੋਣਗੇ ਤਾਂ ਜਾ ਕੇ ਗੱਲ ਬਣਨੀ ਹੈ। ਇੱਥੇ ਹੈਗੀਆਂ ਚਤੁਰਾਈਆਂ। ਮਹਾਰਾਜ ਕਹਿੰਦੇ ਜੇ ਹਜ਼ਾਰਾਂ ਤਰ੍ਹਾਂ ਦੀਆਂ, ਸੈਂਕੜੇ ਤਰ੍ਹਾਂ ਦੀਆਂ ਇਹੋ ਜੀਆਂ ਅਖੌਤੀ ਸਿਆਣਪਾਂ ਜਾਂ ਚਤੁਰਾਈਆਂ ਵੀ ਤੁਹਾਡੇ ਹੋਣ, ਤੁਹਾਡੇ ਪਾਸੇ ਹੋਣ ਕੋਲ, ਲੱਖ ਹੋਵੇ, ਲੱਖਾਂ ਤੋਂ ਜ਼ਿਕਰ ਕਰਤਾ। ਕਹਿੰਦੇ ਅੰਤ ਨੂੰ ਇੱਕ ਵੀ ਕੰਮ ਨਹੀਂ ਆਉਂਦੀਆਂ। ਬਹੁਤੀਆਂ ਚਤੁਰਾਈਆਂ ਨਹੀਂ ਕੰਮ ਆਉਂਦੀਆਂ, ਬਹੁਤੀਆਂ ਸਿਆਣਪਾਂ ਵੀ ਨਹੀਂ ਕੰਮ ਆਉਂਦੀਆਂ। ਉੱਥੇ ਤਾਂ ਕੰਮ ਪਰਮੇਸ਼ਰ ਦਾ ਨਾਮ ਹੀ ਆਉਂਦਾ ਹੈ। ਉੱਥੇ ਤੇ ਕੀਤਾ ਹੋਇਆ ਪੁੰਨ ਕਰਮ, ਦਾਨ ਕਰਮ, ਸਿਮਰਨ, ਸੇਵਾ, ਭਜਨ, ਬੰਦਗੀ, ਇਹੀ ਚੀਜ਼ਾਂ ਕੰਮ ਆਉਂਦੀਆਂ ਨੇ। ਗੱਲਾਂ ਬਾਤਾਂ ਨਾਲ ਕਦੇ ਰੱਬ ਨਹੀਂ ਖੁਸ਼ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਨਾ ਚੱਲੈ ਨਾਲ, ਸਾਰੀਆਂ ਇੱਥੇ ਹੀ ਰਹਿ ਜਾਂਦੀਆਂ ਨੇ। ਤੁਸੀਂ ਰੋਜ਼ ਪੜ੍ਹਦੇ ਹੋ, ਜਿਹੇ ਮਾਰੇ ਕੇ ਗਨ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸੈ ਨਾ। ਹਰੀ ਦਾ ਨਾਮ ਨਾਲ ਜਾਣਾ। ਉੱਥੇ ਕਿਤੇ ਆਇਆ ਜ਼ਿਕਰ ਵੀ ਤੁਹਾਡੀਆਂ ਚਤੁਰਾਈਆਂ ਵੀ ਨਾਲ ਜਾਣਗੀਆਂ, ਚਲਾਕੀਆਂ ਵੀ ਨਾਲ ਜਾਣਗੀਆਂ। ਇੱਕ ਨਾ ਚੱਲੈ ਨਾਲ, ਇਹਨਾਂ ਚੋਂ ਕੁਝ ਨਹੀਂ, ਸਾਰਾ ਕੁਝ ਇੱਥੇ ਰਹਿ ਜਾਂਦਾ। ਮਹਾਰਾਜ ਕਹਿਣ ਲੱਗੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਬੜਾ ਸਵਾਲ ਹੈ ਦੁਨੀਆ ਦਾ, ਬੜਾ ਵੱਡਾ ਮਸਲਾ ਹੈ ਵੀ ਸਚਿਆਰਾ ਕਿਵੇਂ ਹੋਵੇ, ਮਨੁੱਖ ਕਿਵੇਂ ਪਵਿੱਤਰ ਹੋਵੇ, ਸਚਿਆਰਾ ਕਿਵੇਂ ਹੋਵੇ। ਸਚਿਆਰਾ ਬਣਨਾ ਸਾਡਾ ਜ਼ਿੰਦਗੀ ਦਾ ਮਕਸਦ ਹੈ। ਸਚਿਆਰੇ ਜਿੱਦਣੇ ਬਣ ਗਏ ਨਾ, ਉਦਣੇ ਜੀਵਨ ਦੀ ਸਫਲਤਾ ਹੈਗੀ ਹੈ। ਜਿਹੜੀ ਕੂੜ ਦੀ ਕੰਧ ਬਣੀ ਹੈ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ, ਉਹ ਕੰਧ ਕਿਵੇਂ ਟੁੱਟੇਗੀ? ਉਹ ਕੰਧ ਤੋੜਨੀ ਆਪਾਂ ਬਸ। ਉਹ ਕੰਧ ਜਿੱਦਣੇ ਟੁੱਟ ਗਈ, ਉਦਣੇ ਬਸ ਆਪਾਂ ਇਕੱਠੇ ਹੀ ਹੋ ਗਿਆ ਆਪਣਾ ਸਾਰਾ ਕੁਝ। ਉਹ ਕੰਧ ਜਿੰਨਾ ਨੇਚਰ ਨਹੀਂ, ਹੁਣ ਪਰਿਵਾਰ ਦੇ ਵਿੱਚ ਕੰਧ ਬਣ ਜਾਏ, ਇੱਕ ਭਰਾ ਇੱਧਰ ਰਹਿੰਦਾ, ਇੱਕ ਭਰਾ ਇੱਧਰ ਰਹਿੰਦਾ, ਇਕੱਠੇ ਤਾਂ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ। ਹਰ ਬੰਦਾ ਕਹਿੰਦਾ ਵੀ ਕੰਧਾਂ ਖੜੀਆਂ ਕਰ ਛੱਡੀਆਂ ਨੇ, ਤੁਹਾਡੇ ਵੱਖਰੇਵੇਂ ਨੇ, ਕੰਧ ਢਾਹ ਦਿਓ। ਅਗਲਾ ਕਹਿੰਦਾ ਸ਼ੁਕਰ ਹੈ ਤੁਸੀਂ ਇਕੱਠੇ ਹੋ ਕੇ, ਕਹਿਣ ਦੀ ਲੋੜ ਨਹੀਂ ਪੈਂਦੀ। ਕੰਧ ਸਾਡੇ ਦਰਮਿਆਨ ਔਰ ਪ੍ਰਮਾਤਮਾ ਦੇ ਦਰਮਿਆਨ ਜਿਹੜੀ ਬਣੀ ਆ, ਉਹ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ। ਉਹ ਕੰਧ ਆਪਾਂ ਤੋੜਨੀ ਹੈ। ਸਤਿਗੁਰੂ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨਾਨਕ ਨਾਮ ਦੀ ਵਰਤੋਂ ਕਰਦੇ ਆ। ਕਹਿੰਦੇ ਹੁਕਮ ਦੇ ਵਿੱਚ ਚੱਲਣਾ ਹੈ, ਪਰਮਾਤਮਾ ਦੀ ਰਾਜ਼ਾ ਦੇ ਵਿੱਚ ਚੱਲਣਾ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਨਾਨਕ ਲਿਖਿਆ ਨਾਲ। ਇਹ ਜੋ ਧੁਰੋਂ ਲਿਖਿਆ ਨਾ, ਉਸੇ ਤਰ੍ਹਾਂ ਸਾਰਾ ਕੁਝ ਬੀਤਣਾ। ਉਹਦੇ ਹੁਕਮ 'ਚ, ਉਹਦੀ ਰਾਜ਼ਾ 'ਚ, ਉਹਦੇ ਭਾਣੇ 'ਚ ਰਹਿਣਾ ਹੈਗਾ, ਹੁਕਮ ਦੇ ਵਿੱਚ। ਇਹ ਆਪਾਂ ਥੋੜਾ ਚਲੋ ਕੱਲ ਨੂੰ ਵੀ ਵਿਚਾਰਾਂਗੇ। ਪਹਿਲੀ ਪੌੜੀ ਦੀ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਿੰਨਾ ਕੁ ਅਸੀਂ ਸੁਣਿਆ ਇਹ ਸਾਡੇ ਹਿਰਦਿਆਂ 'ਚ ਵਸ ਜਾਏ। ਕਿਨਕਾ ਏਕ ਜਿਸ ਜੀਵ ਵਸਾਵੈ, ਇੱਕ ਇੱਕ ਅੱਖਰ ਹਿਰਦੇ 'ਚ ਵਸ, ਜਿਹਦਾ ਸ਼ੁੱਧ ਉਚਾਰਨ ਕਰਿਓ। ਵਿਚਾਰ ਆਪਾਂ ਨੇ ਕੀਤੀ ਹੈ। ਮਹਾਰਾਜ ਸਿਧਾਂਤਕ ਤੌਰ ਤੇ ਇਹ ਕਿਰਪਾ ਕਰਨ, ਸਾਨੂੰ ਸਮਝ ਆਏ। ਅਸੀਂ ਆਪਣੇ ਆਪ ਨੂੰ ਆਤਮਿਕ ਤੌਰ ਤੇ, ਮਾਨਸਿਕ ਤੌਰ ਤੇ ਜਿਹੜਾ ਸੀ ਉਸ ਪਾਸੇ ਧਿਆਨ ਦੇਣਾ, ਤੇ ਫਿਰ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ। ਧੰਨਵਾਦ ਸਾਰੀ ਸੰਗਤ ਦਾ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੇ ਸਮੇਂ ਪ੍ਰਾਪਤ ਹੁੰਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ। ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਧੰਨਵਾਦ। ਆਓ ਦੋ ਪੰਕਤੀਆਂ ਅਖੀਲੀਆਂ ਪੜ੍ਹ ਕੇ ਆਨੰਦ ਸਾਹਿਬ ਦੇ ਪਾਠ ਵਿੱਚ ਜੁੜੀਏ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।